ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਅਧਿਆਤਮਕ ਛਤਰ ਛਾਇਆ ਹੇਠ ਬੈਠ ਕੇ ਆਪ ਸਰਬ ਸੰਗਤਾਂ ਬਹੁਤ ਪਿਆਰ ਅਦਬ ਤੇ ਸਤਿਕਾਰ ਨਾਲ, ਜਿੱਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਦੇ ਉੱਤੇ ਲੰਬੇ ਸਮੇਂ ਤੋਂ ਨਜ਼ਰ ਸੰਬੰਧੀ ਹੋਈ ਹੈ, ਇਸ ਗ੍ਰਹਿ ਦੇ ਵਿੱਚ ਪਵਿੱਤਰ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਜਾਪ ਪ੍ਰਾਰੰਭ ਕਰਵਾਏ ਸਨ। ਅੱਜ ਪਾਤਸ਼ਾਹ ਨੇ ਮੇਲ ਕੀਤੀ ਹੈ ਔਰ ਪਵਿੱਤਰ ਭੋਗ ਦਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਐਸੇ ਸਮੇਂ ਦੇ ਉੱਤੇ ਆਪ ਸਮੂਹ ਸੰਗਤਾਂ ਦੇ ਦਰਸ਼ਨ ਤੇ ਸਤਿਗੁਰ ਪਾਤਸ਼ਾਹ ਜੀਆਂ ਦੇ ਪਵਿੱਤਰ ਚਰਨਾਂ ਵਿੱਚ ਪਾਤਸ਼ਾਹ ਜੀਆਂ ਦਾ ਜੋ ਕੋਟ ਆਸਰਾ ਇਹਨਾਂ ਨੇ ਲਿਆ ਹੈ, ਕਿ ਸੁੰਦਰ ਮਹਿਲ ਬਣੇ ਨੇ, ਆਪਣੇ ਨਹੀਂ ਬਣੇ, ਬਹੁਤ ਵੱਡੀ ਕਲੋਨੀ ਇੱਥੇ ਬਣੀ ਹੈ। ਸਾਰੀ ਬਖਸ਼ਿਸ਼ ਹੈ, ਮਿਹਰ ਹੈ, ਕਿਰਪਾ ਕਰਨ ਕੇ ਮਹਾਂਪੁਰਖਾਂ ਨਾਲ ਜੁੜੇ ਹੋਏ ਨੇ ਤੇ ਬਾਕੀ ਸੰਗਤਾਂ ਵੀ ਇਸੇ ਤਰ੍ਹਾਂ ਹੀ ਜੁੜਨ ਤੇ ਆਪ ਦੀ ਜ਼ਿੰਦਗੀ ਦਾ ਆਤਮਿਕ ਆਨੰਦ ਮਾਣਨ ਸਾਰੇ ਜਾਣੇ। ਮੈਂ ਇਸ ਗੱਲ ਦੇ ਨਾਲ ਕਿ ਦੇਖੋ ਰਾਜੇ, ਜ਼ਿੰਦਗੀ ਜੋ ਮਿਲੀ ਹੈ, ਇਸ ਦਾ ਜੋ ਦੇਖੀਏ ਕਿ ਪੂਰਨ ਅਰਥ ਕੀ ਹੈ। ਜ਼ਿੰਦਗੀ ਇਸੇ ਲਈ ਮਿਲੀ ਹੈ ਕਿ ਇੱਕ ਘਰ ਬਣਾਉਣਾ ਹੈ,
ਜ਼ਿੰਦਗੀ ਕਾਹਦੇ ਲਈ ਬਣਾ ਮਿਲੀ ਹੈ ਕਿ ਇੱਕ ਘਰ ਆਪਾਂ ਨੇ ਬਣਾਉਣਾ ਹੈ, ਇਸ ਨੂੰ ਸਜਾਉਣਾ ਹੈ। ਘਰ ਜਿਹੜਾ ਹੈ ਇਹ ਵੀ ਘਰ ਬਣਿਆ ਹੈ ਤੇ ਇੱਕ ਘਰ ਜਿਹੜਾ ਹੈ ਸਾਡਾ ਆਤਮਿਕ ਘਰ ਹੈ। ਇਹ ਘਰ ਵੀ ਉਦੋਂ ਹੀ ਬਹੁਤ ਸੁੰਦਰ ਲੱਗਦਾ ਹੈ ਜਿਸ ਵੇਲੇ ਨਾਮ ਬਾਣੀ ਤੇ ਸਿਮਰਨ ਦੇ ਨਾਲ ਆਪਣਾ ਅੰਦਰਲਾ ਘਰ ਸੁੰਦਰ ਹੋ ਜਾਂਦਾ ਹੈ। ਫਿਰ ਇਹ ਘਰ ਬਹੁਤ ਸੁੰਦਰ ਹੈ। ਇਸ ਕਰਕੇ ਪਾਤਸ਼ਾਹ ਜੀਆਂ ਨੇ ਪਵਿੱਤਰ ਬਾਣੀ ਦੇ ਵਿੱਚ ਸਮਝਾਇਆ ਕਿ ਘਰ ਬੈਠੇ ਗੁਰੂ ਤੇ ਆਇਓ। ਘਰ ਨੂੰ ਸੋਹਣਾ ਬਣਾਉਣਾ ਹੈ ਤੇ ਘਰ ਦੇ ਵਿੱਚ ਬੈਠ ਕੇ ਕੇਵਲ ਤੇ ਕੇਵਲ ਕਿਸ ਦਾ ਆਰਾਧਨ ਕਰਨਾ ਹੈ, ਸਤਿਗੁਰਾਂ ਦਾ ਆਰਾਧਨ ਕਰਨਾ ਹੈ। ਕਿਉਂਕਿ ਘਰ ਦੇ ਅੰਦਰ ਜਦੋਂ ਸੁੱਖ ਹੋਵੇ ਤੇ ਬਾਹਰਲੇ ਸਾਰੇ ਸੁੱਖ ਬੜੇ ਸੁੰਦਰ ਲੱਗਦੇ ਨੇ। ਘਰ ਹਿਰਦੇ 'ਚ ਜੇ ਕੋਈ ਚਿੰਤਾ ਹੈ, ਘਰ ਹਿਰਦੇ ਦੇ ਵਿੱਚ ਕੋਈ ਦੁੱਖ ਹੈ, ਕੋਈ ਨਮੋਸੀ ਹੈ, ਤਾਂ ਸਾਰਾ ਜਗਤ ਹੀ ਨਮੋਸੀਆਂ ਦਾ ਨਜ਼ਰ ਆਊਗਾ, ਸਾਰਾ ਨਗਰ ਹੀ ਚਿੰਤਾਵਾਂ ਦਾ ਨਜ਼ਰ ਆਊਗਾ। ਘਰ ਵਿੱਚ ਖੇੜਾ ਹੈ ਤਾਂ ਬਾਹਰ ਸਭ ਖੇੜਾ ਹੀ ਖੇੜਾ ਹੈ। ਅੰਦਰ ਖੇੜਾ ਨਹੀਂ ਹੈ ਤੇ ਦੁਨੀਆ ਦੇ ਵੱਡੇ ਤੋਂ ਵੱਡੇ ਅਰਬਾਂ ਰੁਪਈਆ ਜਿੱਥੇ ਲੱਗ ਚੁੱਕੇ ਨੇ ਧਰਤੀਆਂ ਤੇ ਬੜਾ ਕੁਛ ਉੱਤੇ ਨੰਦਨ ਬਾਗ ਤੇ ਸੁੰਦਰ ਮਹਲ ਬਣੇ ਨੇ, ਕੋਈ ਖੇੜਾ ਨਹੀਂ ਹੈ। ਮਨ 'ਚ ਖੇੜਾ ਨਹੀਂ ਹੈ। ਬਾਣੀ 'ਚ ਐਸਾ ਹੀ ਸਮਝਾਇਆ ਹੈ ਕਿ ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਘਰ ਸੁਖ ਬਚਿਆ, ਬਾਹਰ ਸੁਖ ਪਾਇਆ, ਪਰ ਕਾਹਦੇ ਨਾਲ? ਕਹੂ ਨਾਨਕ ਗੁਰ ਮੰਤਰ ਦਰਰਾਇਆ। ਘਰ ਦੇ ਵਿੱਚ ਆਤਮਿਕ ਸੁਖ ਆਉਣਾ ਹੈ ਤੇ ਗੁਰੂ ਦੇ ਸ਼ਬਦ ਨੂੰ ਜਪਣਾ ਹੀ ਪੈਣਾ ਹੈ। ਕੀ ਹੈ? ਗੁਰੂ ਦੇ ਸ਼ਬਦ ਨੂੰ ਜਪਣਾ ਹੀ ਹੈ। ਤਾਂ ਬਾਣੀ 'ਚ ਪਾਤਸ਼ਾਹ ਨੇ ਸਮਝਾ ਦਿੱਤਾ ਕਿ ਜਪੋ ਤਾਂ ਏਕੋ ਨਾਮਾ ਅਵਰ ਨਰਾਬਲ ਕਾਮਾ। ਘਰ ਦੇ ਵਿੱਚ ਸੁੱਖ ਚਾਹੀਦਾ ਹੈ ਤੇ ਉਹਦਾ ਇੱਕੋ ਹੀ ਤਰੀਕਾ ਹੈ ਕਿ ਜਪਣਾ, ਸਿਮਰਨ ਕਰਨਾ ਹੈ। ਜੇ ਕੋਈ ਹੋਰ ਤਰੀਕਾ ਅਪਣਾਇਆ ਜਾਂਦਾ ਹੁੰਦਾ ਤਾਂ ਕਰਦੇ, ਪਰ ਜਿਤਨੇ ਕੁ ਸਤਿਪੁਰਸ਼ਾਂ ਦੇ ਮਹਾਂਪੁਰਖਾਂ ਦੇ ਉਸ ਘਰ ਦੇ ਵਿੱਚ ਪ੍ਰਵੇਸ਼ ਹੋਣ ਵਾਲਿਆਂ ਦੇ ਜੀਵਨ ਦੇਖੇ ਨੇ ਤਾਂ ਉਹਨਾਂ ਨੇ ਕੇਵਲ ਤੇ ਕੇਵਲ ਰੱਜ ਰੱਜ ਕੇ ਬੰਦਗੀ ਤੇ ਜਪਿਆ ਹੀ ਹੈ। ਬੋਲੋ। ਜਿੰਨਿਆਂ ਦੇ ਵੀ ਤੁਸੀਂ ਦੇਖੋ ਕੇਵਲ ਤੇ ਕੇਵਲ ਹਰ ਮਹਾਂਪੁਰਖ ਜਪ ਜਪ ਕੇ ਉਸ ਘਰ ਦੇ ਵਿੱਚ ਤਾਂ ਪ੍ਰਵੇਸ਼ ਹੋਇਆ। ਰਾਤ ਤੇ ਦਿਨ ਕੀਤਾ ਉਹਨਾਂ ਨੇ ਇੱਕ। ਕਈ ਅਸੀਂ ਠੀਕ ਹੈ ਪੰਜ ਬਾਣੀਆਂ ਅੰਮ੍ਰਿਤ ਵੇਲੇ ਪੜ੍ਹ ਲਈਆਂ, ਗੱਲ ਵੱਖਰੀ ਆ, ਪਰ ਬਾਣੀ 'ਚ ਲਿਖਿਆ ਕਿ ਰਹਿਣ ਦਿਨ ਸੁਪਰਭਾਤ ਤੂਹੇ ਹੀ ਗਾਵਾਂ। ਕਈ ਇੱਕ ਸ਼ਬਦ ਨੇ, ਬਹੁਤ ਸ਼ਬਦ ਨੇ, ਜਦੋਂ ਲਗਨੇ ਅੰਦਰ ਪ੍ਰਬਲ ਹੋ ਜਾਂਦੀ ਹੈ, ਗੁਰੂ ਦੀ ਕਸ਼ਿਸ਼ ਪੈਦਾ ਹੋ ਜਾਂਦੀ ਹੈ ਤੇ ਅੰਦਰ ਖੂਨ ਬਰਾਗ ਵਿੱਚ ਚਲਿਆ ਜਾਂਦਾ ਹੈ। ਔਰ ਜਿਸ ਵੇਲੇ ਉਸ ਬਰਾਗ ਦੇ ਵਿੱਚੋਂ ਸਾਡੇ ਹਿਰਦੇ ਦੇ ਵਿੱਚੋਂ ਹੰਝੂ ਉੱਠਦੇ ਨੇ ਤਾਂ ਸਾਡੇ ਨੇਤਰਾਂ ਦੇ ਰਾਹੀਂ ਬਾਹਰ ਆਉਣ ਲੱਗਦੇ ਨੇ, ਤਾਂ ਉਹ ਸਮਝ ਲਓ ਗੁਰੂ ਨਾਨਕ ਦੇ ਘਰ ਦੇ ਦਰਵਾਜ਼ੇ ਖੁੱਲ੍ਹਣੇ ਸ਼ੁਰੂ ਹੋ ਗਏ ਨੇ। ਉਹ ਦਰਵਾਜ਼ੇ ਖੁੱਲ੍ਹ ਹੋ ਗਏ ਨੇ। ਇਸ ਕਰਕੇ ਰਾਜੇ ਜਿਤਨਾ ਵੀ ਖੇਡ ਹੈ ਗੁਰੂ ਨਾਨਕ ਦੇ ਘਰ ਦਾ, ਅੱਜ ਘਰ ਦੀ ਗੱਲ ਹੈ, ਸਾਰਾ ਖੇਡ ਹੀ ਅੰਦਰ ਦਾ ਹੈ। ਅੰਦਰ ਦੇ ਸੁੱਖ ਹੀ ਬਾਹਰਲੇ ਸੁੱਖਾਂ ਦਾ ਖੇੜਾ ਦਿਖਾ ਸਕਦੇ ਨੇ, ਬਾਹਰ ਨਹੀਂ ਤਾਂ ਕੋਈ ਸੁੱਖ ਨਹੀਂ ਹੈ ਜਿਸ ਦੇ ਅੰਦਰ ਦੁੱਖ ਹੈ। ਮੈਂ ਇਸ ਕਰਕੇ ਰਾਜੇ ਬੇਨਤੀ ਕਰ ਰਿਹਾ ਕਿ ਅੰਤਰੀਵ ਸੁੱਖ ਵੱਲ ਨੂੰ ਚਲੀਏ ਅਸੀਂ। ਤੋ ਹੁਣ ਇਸ ਗੱਲ ਨੂੰ ਤਾਂ ਰਾਜੇ ਜਾਗਣਾ ਪਊਗਾ। ਜਿੰਨਾ ਚਿਰ ਜਾਗੇ ਨਹੀਂ ਹੈ, ਬੇਸ਼ੱਕ ਜਾਗਦੇ ਆ, ਦਿਨ ਚੜ੍ਹਿਆ ਹੈ ਤੇ ਦੁਨੀਆ ਜਾਗਦੀ ਹੈ, ਪਰ ਪਾਤਸ਼ਾਹ ਕਹਿੰਦੇ ਆ ਨਹੀਂ, ਇਹ ਬੰਦੇ ਤੂੰ ਸੁੱਤਾ ਹੀ ਪਿਆ ਹੈ,
तू नहीं जागया है, दिन चढ़िया है पर तेरे लिए तो चढ़िया ही नहीं। दिन हुंदा कि दिन चढ़ गया तो सब कुछ नजर आ रहा है, पर जिसनों तू अपनी नजरां नाल तकना सी अंतरीव नेत्रां दे नाल, वो तो गुरु नानक तेरी नज़र च आया ही नहीं है। इन्नी जिंदगी तेरी लंघ गई 50-60 साल की, तेरे वास्ते तो दिन नहीं चढ़िया है अजे तक। बाणी च पढ़ते हैं कि बाहर से चानना दिल अंधियारी रात, अंदर तो नेरे नाल भरिया घुप नेर दे विच है, बाहर इतना चानना नजर आ रहा है। इस करके राजे गुरु पातशाह साडे उत्ते किरपा करना। ये नहीं है कि मैं बाणी पढ़दा, मैं सिमरन करदा, इहो जे चक्रां च कदी ना पयो। ये सिर्फ एक करके मैं कुछ बना ना बाणी पढ़ के कि मैं इन्ना तप करके मैं बन गया। इको ही चीज मैं कहना होना बनियो। बनना की है कि गुरु नानक तेरी किरपा दे पात्र बन जाइए ते तू सवली निगाह ना एक बारी साडे हल तक लै। जिस दिन तू अपनी नजर नाल तक लिया ते उदों मेरा बेड़ा हरिया भरिया हो जाना है। जिन्हों तुसी रोज पढ़ते हो, जिनको नदर करम तनकार नानक नदरी नदर निहाल, कृपा कठा के अवलोकन कीनो दास का दुख बेदारे हो। इस करके राजे के बनना की है, जो सेवा करते हैं, जो सिमरन करते हैं, जो सत्संग करते हैं, जो सुख विचारा चलदियां, सुख चिंता चलता है, हे पातशाह मेहर करी कि किते तेरी कृपा दे पात्र बन जाइए। बस बंदगी इसे नूं कहंदे है। जदों ओदी कृपा दे पात्र बन गए हैं, ओदी नजर तेरे अनु हो गई है ते सिखा तेरी बंदगी भी अज पूरी हो गई है। इसे में तो बंदगी किया गया है। ये ना करो कि मैं खनी के किड्डा का कथाकर बन के, किड्डा का कीर्तनिया बन के, किड्डा का अभिलाषी बन के, कुछ भी नहीं है। जे इन्हां चीज़ां दे मुल पैंदे ते सत्ता बलवंडा क्यों रह जांदे। जे नजर होई है ते भाई मझ ते हो गई है। बोलो वो तो लकड़ा ही ढूंढा सी बेचारा, पाटे कपड़े पाउंदा सीगा। इस करके गुरु देखता है कि किसी दे अंदर अंतरीव कशिश किन्नी कै, अंतरीव कशिश प्यार खिच श्रद्धा कितनी कै, उस हिरदे दे विच जाके गुरु दा निवास होंदा है। पर ये मिलती किस नूं है? ये साडे नाल नहीं। कीर्तन सोले दा आखिरी शब्द आप जी पढ़दे हो रोज कि जिसे जगाए पियावे, फिर कौन जगा रहा है? गुरु ही जगा रहा है। जिसे जगाए पियावे इहो रस कथ कथा तिन जानी, जाको आए सोई बिहाजो। बिहाजो नाम व्यापार करना, खरीदनी वस्तु। जाको आए सोई बिहाजो, जिहड़ी वस्तु नूं तू आया लैण वास्ते ओदा गाहक बन के चल। ओदी खरीद ते तेरे कोलों दिन दे विच एक घंटा भी नहीं हुंदी ते दुनिया दीयां कौडियां तो 23 घंटे खरीददा पिया। जिहड़ी घड़ी ओदी खरीद करनी है, इन्ना तो मन गलतान दुनिया दीयां भाषणावां विच हो चुकिया। एक घंटे दे नितनेम दे विच भी ओदी खरीद नहीं हो रही। उस वेले भी शरीर बैठा ते मुख बोलदा, पर मन उन्हां ही खरीदां च तुरिया फिरदा है। जपजी साहब तो 15 मिनटां दे विच पढ़ना है आनंद नाल, पर हो की रहा 15 मिनट की बाणी पढ़न दे विच 60 वारी ख्याल किते होर जा रहा है। नहीं कोई खरीद नहीं है, सिर्फ जापते पूरे हो रहे हैं। चीज ना तुहाडी प्रबल लगन बनी हुई है। खचो खचो के उसे च मन जाऊगा तुहाडा। कुछ भी भावें अगे कुछ भी पिया होया है ना, जिस चीज नाल तुहाडी प्रबल लगन बन गई है, मन ने उसे नूं ही ग्रहण करना है। इस करके अरदास करो कि पातशाह मेहर ते तुसी अत्यंत वड्डी कर दिती, बख्शिश ते अत्यंत वड्डी कर दिती है। तरस बड़ा मेरे गरीब ते खादा है
कि मैनू 84 लाख जूना दे विचों गिनती करनी कोई सौखी नहीं, दिन लग जाते हैं। एक एक जून नूं सामने रख के देखो तो फिर की है, पर मैनू इन्ना अमोलक हीरा जन्म दे देता है। 83,99,999 पिछे छड़ के ते मैनू इन्नी उपरली मंजिल बख्शिश की है। पर पातशाह मैं करा की, मैं गिरदा 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 इन्नियां जूना एक पासे करके जिदा टैंपरेचर माइनस विच चलिया जाता है, मैं इन्हां जूना तो भी माइनस विच आ गया। की है, इन्हां तो भी माइनस विच आ गया। क्यों माइनस विच आया, मैं बोल दिना है। कदी तुसीं ये सुनिया होगा कि किसी डंगर नूं किसी ने आख्या होएगा कि ए डंगरा तू डंगर बन जा, या किसी मझ नूं आख्या तू मझ बन जा, खोते नूं आख्या खोतिया तू खोता बन जा, बकरी नूं आख्या बकरीए तू बकरी बन जा, कुत्ते नूं आख्या तू कुत्ता। कोई नहीं कहंदा, सिर्फ एक बंदे नूं कहंदे आ बंदिया तू बंदा बन जा। की है, एक बंदे नूं की कहंदे ने, ए बंदिया तू बंदा बन जा। इहदा मतलब बंदा बंदा नहीं रहा, बंदा बंदा नहीं रहा। हमेशा ये गल बंदे नूं कहंदे आ कि तू बंदा बन जा। तो पातशाह कृपा करना, क्योंकि बंदे ने दो पासे जाना है, गिर गया ते पछड़ गया ते पशु बन गया। अगर बंदगी करके ते इंसानियत तो उत्ता उठ गया ते बंदे तो देवता बन गया, फरिश्ता बन गया। फरिश्ते बहुत घट बनते हैं ते डंगर बहुत ज्यादा बन जाते हैं। ठीक है ना जी, क्योंकि एक डंगर नूं ते है, उन्हें पता ही नहीं कि चिक्कड़ है ते कित्थे बहना, जिथे मर्जी बह जाता है। वो तो एक मिट्टी के चिक्कड़ विच बहिंदा है ते ये पता नहीं किन्ने के विषे ते वासनावां दे चिक्कड़ च मन बैठा हुंदा है। की है, इन्ना तो कित्थे बैठा है, इन्हू पता ही नहीं है मन नूं मैं बहना कित्थे है। इस करके इस मन नूं बाणी च खोता लिखिया है कि मन खुटहर तेरा नाही विसास को महा, उद मादा खरका पैकर तो सुते जो ऊपर लादा। मैं थोड़ा जिहा घर दी गल सी कि जाको आए सोई बिहाजो, जेड़ी काम नहीं आया उन्होंने खरीदी है। ते वो खरीददारी मिलूगी किथों, जिस वो दुकान सोने की दुकान तो दा सोना मिलूगा भाई, सब्जी की दुकान तो दा सब्जी मिलूगी भाई, कपड़े की दुकान तो दा। मैं ज्यादा ना इन्हां गल्लां च जावां, सारा बाजार सामने एक गल ना आ जांदा। सियाणे हो तुसीं, अलग अलग दुकानां है, जिस दुकान ते जाओगे उत्थे ओही शब्द है। ते बाणी च शब्द आया है कि जाको आए सोई बिहाजो, कि जिहदे वास्ते आए ओदी खरीददार करो। ते जे ओदी खरीददारी साध संगत जी करनी ते फिर उस हट्टी ते जाना पैना है। ते हट्टी नूं किदां लिखिया सुखमणी साहिब च, पातशाह कहंदे कि जिस बकर को लैण तू आया, राम नाम संतन घर पाया। कहंदे जो तू लैना है, वो कहंदे मैं एक महापुरख संत बाबा अतर सिंह महाराज जी वर्गे दे हिरदे विच पाया होया ते जाके तू ले लै। की है, जिस बकर को लैन तो आया, राम नाम संतन घर पाया। भाग ठड़े हर संत तुम्हारे, जिन घर धन हर नामा। कोई भी संसार दे जितने भी घर देखते, जितने भी हिरदे देखते हैं, कोई काहे ना भरिया एक एक घर च पता नहीं किन्नियां किन्नियां वासनावां लोड़ां गर्जां नाल भरे पए ने। शुक्र है कि इस सृष्टि दे उत्ते वो भी कोई घर ते वो भी कोई रूह हुंदी है जिहड़ी रब दे नाम नाल ही भरी हुंदी है। ओए अमृत भरे भरपूर हैं, तिल ना तमाए। इतने क भरे हुए, इतने क भरे हुए कि अंदर एक तिल भी वासना दा नहीं तमा सकता है। इसे नूं आख्या कि भाग खड़े हर संत तुम्हारे, जिन घर तन हर नामा।
ਪਾਸ਼ਾ ਕਹਿੰਦੇ ਆਈ ਦੁਨੀਆ ਵੀ ਹੈ ਪਰ ਪ੍ਰਵਾਨ ਗਣੀ ਸਹੀ ਆਏ ਸਫਲ ਤੇ ਨਾ ਕੇ ਕੰਮ। ਇਹਨਾਂ ਦੇ ਕੀਤੇ ਹੋਏ ਕੰਮ ਜਿਹੜੇ ਨੇ ਉਹ ਸਫਲੇ ਨੇ। ਇਸ ਕਰਕੇ ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰਦੇ ਮਨੇ ਮਸ਼ੇਰਾ। ਪਾਸ਼ਾ ਕਹਿੰਦੇ ਨਿਜ ਘਰ ਮਹਿਲ ਪਾਓ ਸੁਖ ਸਹਿਜੇ। ਘਰ ਦੀ ਗੱਲ ਚੱਲ ਰਹੀ ਹੈ ਅੱਜ। ਕਿਤੇ ਜਾਣਾ ਹੈ ਘਰ ਦੇ ਵਿੱਚ ਬੈਠ ਕੇ ਵੀ ਤੇ ਉਸ ਨਿੱਜੀ ਆਤਮਿਕ ਘਰ ਦੇ ਵਿੱਚ ਪ੍ਰਵੇਸ਼ ਹੋਣਾ ਹੈ। ਤੇ ਇਹ ਘਰ ਤੇਰਾ ਇੱਟਾਂ ਦਾ ਨਹੀਂ ਰਹਿ ਜੂ। ਪਾਤਸ਼ਾਹ ਕਹਿੰਦੇ ਇਹ ਘਰ ਤਾਂ ਤੇਰਾ ਸੋਨੇ ਦੀ ਕੀਮਤ ਤੋਂ ਵੀ ਉੱਤੇ ਹੈ। ਬੋਲੋ ਨਹੀਂ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਰ ਸੋਇਨ ਚੁਆਰੇ। ਕਿਉਂਕਿ ਤੁਸ ਮਾਤਰ ਸੋਨੇ ਦਾ ਵੀ ਘਰ ਹੋ ਪਰ ਜਿੱਥੇ ਨਾਮ ਜਪਿਆ ਉਹ ਤਾਂ ਹੀਰੇ ਲਾਲਾਂ ਦਾ ਘਰ ਜੜਿਆ ਹੋਇਆ ਹੈ। ਨਾਮ ਗੁਰੂ ਦਾ ਹੀਰਾ ਹੈ ਰਤਨ ਹੈ ਗੁਰ ਦਾ ਸ਼ਬਦ ਰਤਨ ਹੈ। ਹੀਰੇ ਜਿਤ ਜੜਾਓ। ਗੁਰੂ ਦਾ ਸ਼ਬਦ ਕੀ ਹੈ? ਉਹ ਹੀਰੇ ਤੂੰ ਬੈਠਾ ਨਾਮ ਨਹੀਂ ਜਪ ਰਿਹਾ। ਤੂੰ ਆਪਣਾ ਸਰੀਰ ਵੀ ਆਪਣਾ ਮਨ ਵੀ ਆਪਣਾ ਬੁੱਧੀ ਵੀ ਤੇ ਇਹ ਇੱਟਾਂ ਨੂੰ ਵੀ ਤੂੰ ਹੀਰਿਆਂ ਨਾਲ ਜੜ ਰਿਹਾ ਹੈ। ਕੀਮਤ ਹੈ ਇਸ ਕਰਕੇ ਪਾਤਸ਼ਾਹ ਲਿਖ ਰਹੇ ਨੇ ਬਾਣੀ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਕਿ ਨਿਜ ਘਰ ਮਹਿਲ ਪਾਵੋ ਸੁਖ ਸਹਿਜ। ਇਹ ਜਿਸ ਵੇਲੇ ਨਿੱਜੀ ਘਰ ਦੇ ਵਿੱਚ ਚਲੇ ਜਾਈਏ ਆਤਮਿਕ ਘਰ ਵਿੱਚ ਆਤਮਿਕ ਅਵਸਥਾ ਦੇ ਵਿੱਚ ਚਲੇ ਜਾਈਏ ਤਾਂ ਪਾਤਸ਼ਾਹ ਸਮਝਾਉਂਦੇ ਨੇ ਕਿ ਇਸੇ ਘਰ ਦੇ ਵਿੱਚ ਹੀ ਸਾਰੀ ਸਹਿਜ ਦੀ ਸਮੱਗਰੀ ਪਈ ਹੈ। ਸਹਿਜ ਕੀ ਹੈ? 3 ਗੁਣਾ ਤੋਂ ਉੱਚਾ ਰਜੋ ਤਮੋ ਤੇ ਸ਼ਤੋ ਤੋਂ ਉੱਚਾ ਜਿੰਨੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅੰਮ੍ਰਿਤ ਬਾਣੀ ਹੈ ਇਹ ਸਾਰੀ ਬਾਣੀ ਸਹਿਜ ਦੀ ਹੈ। ਤੇ ਜਿੰਨਾ ਚਿਰ ਸਹਿਜ ਵਿੱਚ ਅਵਸਥਾ ਰਾਜੇ ਨਹੀਂ ਜਾਂਦੀ ਤੇ ਉਤਨਾ ਚਿਰ ਅਜੇ ਬਾਣੀ ਦਾ ਆਨੰਦ ਨਹੀਂ ਆਉਣਾ ਸ਼ੁਰੂ ਹੁੰਦਾ ਹੈ। ਜੇ ਆਨੰਦ ਲੈਣਾ ਹੈ ਪਵਿੱਤਰ ਬਾਣੀ ਦਾ ਅੰਮ੍ਰਿਤ ਸ਼ਬਦਾਂ ਦਾ ਤੇ ਫਿਰ ਉਸ ਘਰ ਤੱਕ ਸਾਡੀ ਪਹੁੰਚ ਹੋਣੀ ਚਾਹੀਦੀ ਹੈ। ਤੇ ਉਸ ਘਰ ਤੱਕ ਜੇ ਤੁਸੀਂ ਕਹਿੰਦੇ ਪਹੁੰਚ ਹੋ ਜਾਵੇ ਤੇ ਫਿਰ ਤੁਸੀਂ ਜਪੋ ਉਸਦਾ ਨਾਮ ਕਰੋ ਕਿਰਪਾ ਸਭ ਕੇ ਦਾਤੇ। ਏਕ ਰੂਪ ਲਿਵ ਲਾਓ ਨਾਨਕ ਕੀ ਬੇਨਤੀ ਹਰ ਪੈ ਆਪਣਾ ਨਾਮ ਜਪਾਓ। ਬੇਨਤੀ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਕਿ ਆਪਣਾ ਨਾਮ ਜਪਾਓ। ਨਾਮ ਜਪਣ ਤੋਂ ਹੀ ਸਾਡੀ ਸ਼ੁਰੂਆਤ ਹੋਣੀ ਹੈ। ਜਿੰਨਾ ਚਿਰ ਜਪਣ ਨਹੀਂ ਲੱਗੇ ਗੱਲ ਨਹੀਂ ਬਣਨੀ ਹੈ। ਤਾਂ ਹੀ ਤਾਂ ਪਾਤਸ਼ਾਹ ਗਿਆ ਕਿ ਰੋਜ਼ ਪੜ੍ਹਦੇ ਜੇਬਾ ਜਪ ਗੁਰ ਨਾਉ। ਕਈ ਅੰਗਾਂ ਨੂੰ ਸੰਬੋਧਨ ਕਰ ਦਿੱਤਾ ਹੈ। ਇੱਕ ਅੰਗ ਨੂੰ ਸੰਬੋਧਨ ਕੀਤਾ ਗਿਆ ਹੈ ਕਿ ਤੂੰ ਜਪਣਾ ਹੈ ਸਿਮਰਨ ਕਰਨਾ ਹੈ। ਜਪਦਿਆਂ ਕੁਛ ਇਹ ਨਹੀਂ ਹੁੰਦਾ ਕਿ ਮੈਂ ਕੱਲ ਪਰਸੋਂ ਇੱਧਰ ਆ ਰਿਹਾ ਤਾਂ ਕੀ ਹੈ ਇਹ ਨਾ ਕਰੋ ਕਿ ਮੈਂ 10 ਦਿਨ ਤੇ ਮਹੀਨਾ ਜਪ ਲਿਆ ਤੇ ਖਵਣੀ ਗੱਲ ਬਣ ਜੂਗੀ। ਇਸ ਤਰ੍ਹਾਂ ਨਹੀਂ ਹੁੰਦੀ। ਇਸ ਤਰ੍ਹਾਂ ਨਹੀਂ ਹੁੰਦੀ। ਜਪਦਿਆਂ ਕਿਸੇ ਪਵਿੱਤਰ ਮੰਜ਼ਿਲ ਤੱਕ ਪਹੁੰਚਣਾ। ਜਿੰਨਾ ਚਿਰ ਉਸ ਮੰਜ਼ਿਲ 'ਚ ਨਹੀਂ ਗਏ ਅਜੇ ਜਪਿਆ ਹੋਇਆ ਜੇ ਥਾਏ ਨਹੀਂ ਪਿਆ ਹੈ। ਹੁਣ ਜਪਣ ਦੇ ਵਾਸਤੇ ਅੱਜ ਪਹਿਲੀ ਦਫਾ ਇਸ ਪਵਿੱਤਰ ਕਲੋਨੀ ਦੇ ਭਾਗਾਂ ਵਾਲੀ ਦੇ ਧਰਤੀ ਦੇ ਦਰਸ਼ਨ ਹੋਏ ਨੇ। ਭਾਗਾਂ ਵਾਲੀ ਧਰਤੀ ਕਿਉਂ ਹੈ? 2 ਧਰਤੀਆਂ ਮੈਂ ਕਈ ਦਫਾ ਬੋਲੀ ਦਾ ਰਾਜੇ ਕਿ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪਵਿੱਤਰ ਦਰਜਾ ਮਿਲਿਆ ਹੈ। 2 ਧਰਤੀਆਂ ਜਿਨ੍ਹਾਂ ਨੂੰ ਪਵਿੱਤਰ ਦਰਜਾ ਹੈ। ਪਹਿਲੀ ਧਰਤੀ ਤਾਂ ਇਸ ਸ੍ਰਿਸ਼ਟੀ ਤੇ ਉਹ ਪਵਿੱਤਰ ਹੈ ਜਿਸ ਧਰਤੀ ਲਈ ਅਸੀਂ ਪੜ੍ਹਦੇ ਹਾਂ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ। ਸਤਿਗੁਰੂ ਧਰਤੀ ਪਵਿੱਤਰ ਹੈ ਇਸ ਦੁਨੀਆ 'ਚ ਜਿੱਥੇ ਕੀ ਹੈ ਗੁਰੂ ਪਾਤਸ਼ਾਹ ਬੈਠੇ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਆਰਾਮ ਰਾਜ। ਮਤਲਬ ਉਹ ਥਾਂ ਹੈ ਪਵਿੱਤਰ। ਕਿੰਨੀ ਕੁ ਪਵਿੱਤਰ ਹੈ ਕਿ ਜਿੱਥੇ ਗੁਰੂ ਦਾ ਪ੍ਰਕਾਸ਼ ਹੋ ਗਿਆ ਹੈ ਤੇ ਉਸ ਨੂੰ ਨਿਰੰਕਾਰ ਅਕਾਲ ਪੁਰਖ ਬਾਣੀ ਦੇ ਬੋਲ ਨੇ ਨਿਰੰਕਾਰ ਦੇ ਬੋਲ ਨੇ। ਬਾਹੋ ਬਾਹੋ ਬਾਣੀ ਨਿਰੰਕਾਰ
ਨਿਰੰਕਾਰ ਹੈ। ਇਹ ਬੋਲ ਮੇਰੇ ਨਹੀਂ, ਕਿਸੇ ਦੇ ਬੋਲ ਨਹੀਂ ਹੈ, ਕਿਸੇ ਪੀਰ ਪਕੰਬਰ ਔਲੀਏ ਦੇ ਵੀ ਬੋਲ ਨਹੀਂ ਹੈ। ਬੇਸ਼ੱਕ ਉਹਨਾਂ ਦੀ ਰਸਨਾ ਥਾਣੀ ਆਏ ਜ਼ਰੂਰ ਨੇ, ਪਰ ਬੋਲ ਕਿਸ ਦੇ ਨੇ? ਨਿਰੰਕਾਰ ਦਾ। ਕੀ ਹੈ? ਬੋਲ ਨਿਰੰਕਾਰ ਦੇ ਨੇ ਕਿ ਬਾਹੋ ਬਾਹੋ ਬਾਣੀ ਨਿਰੰਕਾਰ ਹੈ। ਉਸ ਅਕਾਲ ਪੁਰਖ ਦੇ ਨਿਰੰਕਾਰ ਦੇ ਜੋ ਬੋਲ ਨੇ, ਉਹ ਬੋਲ ਕਹਿੰਦੇ ਨੇ ਕਿ ਇਸ ਧਰਤੀ ਦੇ ਉੱਤੇ ਸਭ ਤੋਂ ਸੁੰਦਰ ਸੁੰਦਰ ਉਸ ਨੂੰ ਕਹੀਦਾ ਹੈ। ਇੱਕ ਤਾਂ ਉਹ ਸੁੰਦਰ ਜਗ੍ਹਾ ਨੇ ਜਿੱਥੇ ਸਾਡੇ ਸਰੀਰ ਜਾ ਕੇ ਬਹਿੰਦੇ ਤੇ ਚੰਗੀ ਜਗ੍ਹਾ ਲੱਗੀ ਹੈ, ਪਰ ਇਹ ਉਹ ਸ੍ਰੇਸ਼ਟ ਜਗ੍ਹਾ ਜਿਹਦੇ ਵਿੱਚ ਮਨੋਂ ਹੀ ਨਮਸਕਾਰਾਂ ਹੁੰਦੀਆਂ ਨੇ। ਇਹਨੂੰ ਤਾਂ ਇੱਕ ਧਰਤੀ ਇਹ ਪਵਿੱਤਰ, ਦੂਸਰੀ ਧਰਤੀ ਲਿਖੀ ਪਾਤਸ਼ਾਹ ਜੀਆਂ ਨੇ ਕਿ ਜਿੱਥੇ ਵੈਸਨ ਸਾਧ ਜਨ ਸੋ ਥਾਨ ਸੁਹੰਦਾ। ਜਿੱਥੇ ਉਸ ਅਕਾਲ ਪੁਰਖ ਦਾ ਬਖਸ਼ਿਆ ਹੋਇਆ, ਉਹਦੇ ਵਿੱਚ ਰਤਿਆ ਉਹਦੇ ਨਾਲ ਇੱਕ ਹੋਇਆ ਕੋਈ ਮਹਾਂਪੁਰਖ ਬਹਿ ਜਾਂਦਾ ਤੇ ਉਹ ਵੀ ਥਾਨ ਸੁੰਦਰ ਹੈ। ਸੋ ਥਾਨ ਸੁਹੰਦਾ ਸੋਹਣਾ ਕਿਉਂ ਹੈ ਉਹ ਥਾਨ? ਉਹ ਤਾਂ ਉਹ ਸੇਵਨ ਸਮਰੱਥ ਆਪਣਾ ਬਿਨਸੇ ਸਭ, ਉਹ ਉਸ ਧਰਤੀ ਤੇ ਉਸ ਸਮਰੱਥ ਅਕਾਲ ਪੁਰਖ ਦੀ ਬੰਦਗੀ ਕਰਦੇ ਹੈ ਤੇ ਉਸ ਧਰਤੀ ਦੇ ਵਿੱਚ ਕੋਈ ਮਨ ਦੀ ਗੱਲ ਨਹੀਂ ਰਹਿ ਜਾਂਦੀ ਹੈ। ਨਹੀਂ, ਇਸ ਕਰਕੇ ਇਹ ਧਰਤੀਆਂ ਸੋਹਣੀਆਂ ਨੇ ਭਾਈ। ਤੋਂ ਮੈਂ ਗੱਲ ਕਰਦਾ ਸੀ ਰਾਜੇ, ਦੇਖੋ ਇੱਕ ਦਿਨ ਦੇ ਵਿੱਚ ਨਹੀਂ, 2 ਦਿਨ ਤੇ 5 ਸਾਲ, ਇਹ ਸਿਰਫ ਇੱਕ ਠੀਕ ਹੈ ਸਕੂਲ ਦੇ ਵਿੱਚ ਤੁਸੀਂ ਦਾਖਲਾ ਜ਼ਰੂਰ ਲੈ ਲਿਆ ਹੈ ਵੀ ਅਸੀਂ ਧਰਮੀ ਹੋ ਗਏ ਹਾਂ, ਪਰ ਗੱਲ ਤਾਂ ਰਾਜੋ ਪ੍ਰਾਇਮਰੀ ਪੜ੍ਹ ਕੇ ਨਹੀਂ ਮੁੱਕਣੀ। ਬੋਲੋ ਕੀ ਹੈ? ਪ੍ਰਾਇਮਰੀ ਨਾਲ ਨਹੀਂ ਗੱਲ ਮੁੱਕਣੀ। ਪ੍ਰਾਇਮਰੀ ਤੋਂ ਬਾਅਦ ਤੁਹਾਨੂੰ ਹਾਈਟ ਜਾਣਾ ਪਊਗਾ। ਕੀ ਹੈ? ਝਗੜੇ ਪੰਥ ਵਿੱਚ ਕਾਹਦੇ ਨੇ? ਮੈਂ ਥੋੜੀ ਬੇਨਤੀ, ਮੇਰਾ ਇੱਧਰ ਨੂੰ ਨਹੀਂ, ਬਸ 2 ਮਿੰਟ ਬੋਲ ਦੇਣਾ ਕਿ ਪੰਥ ਵਿੱਚ ਝਗੜੇ ਕਿਸ ਸਟੇਜ ਦੇ ਨੇ? ਕਹਿੰਦੇ ਜੀ ਉਹ ਮਾੜਾ ਕੋਈ ਨਹੀਂ, ਸਭ ਚੰਗੇ ਨੇ। ਸਿਰਫ ਗੱਲ ਕੀ ਹੈ? ਝਗੜਾ ਉਦੋਂ ਤੱਕ ਹੈ ਜਦੋਂ ਤੱਕ ਅਵਸਥਾ ਸਹਿਜ ਵਿੱਚ ਨਹੀਂ ਗਈ। ਬੋਲੋ ਝਗੜਾ ਕਦੋਂ ਤੱਕ ਹੈ? ਜਦੋਂ ਤੱਕ ਅਵਸਥਾ ਸਹਿਜ ਵਿੱਚ ਨਹੀਂ ਗਈ। ਜਿਸ ਦਿਨ ਤੁਸੀਂ ਸਹਿਜ ਵਿੱਚ ਚਲੇ ਜਾਓਗੇ, ਉਸ ਦੇਸ਼ ਦੇ ਵਿੱਚ ਤਾਂ ਕੋਈ ਝਗੜਾ ਨਹੀਂ ਹੈ। ਉੱਥੇ ਤਾਂ ਇੱਕ ਹੋ ਗਏ ਨੇ, ਨਾ ਗੰਗਾ ਰਹੀ, ਨਾ ਜਮਨਾ ਰਹੀ, ਨਾ ਗੋਦਾਵਰੀ ਰਹੀ, ਨਾ ਸਰਸਵਤੀ ਰਹੀ ਹੈ। ਸਾਰੀਆਂ ਹੀ ਸਮੁੰਦਰ 'ਚ ਪੈ ਕੇ ਤਾਂ ਸਮੁੰਦਰ ਹੋ ਗਈਆਂ ਤੇ ਝਗੜਾ ਕਰਦਾ ਰਹਿ ਗਿਆ। ਨਹੀਂ, ਸਾਰਾ ਇੱਕ ਤਾਂ ਹੋ ਗਿਆ ਹੈ ਖੇਡ ਸਾਰਾ। ਤੋ ਇਸ ਕਰਕੇ ਝਗੜੇ ਉੱਤੇ ਤੱਕ ਹੈ ਜਦੋਂ ਤੱਕ ਉਹਦੇ ਵਿੱਚ ਮਿਲੇ ਨਹੀਂ ਹਾਂ। ਤੇ ਮਿਲਣ ਦਾ ਜਿਹੜਾ ਉਹਦੇ ਵਿੱਚ ਮਿਲਣਾ ਹੈ, ਇਹ ਜਿਸ ਦਿਨ ਮਿਲ ਜਾਵੇਗਾ, ਇਸੇ ਨੂੰ ਸਿੱਖ ਕਹਿੰਦੇ। ਇੱਕ ਆਤਮਕ ਅਵਸਥਾ ਦਾ ਨਾਮ ਸਿੱਖ ਹੈ। ਬਾਹਰਲਾ ਪਹਿਰਾਵੇ ਦੀ ਗੱਲ ਐਡੀ ਕੋਈ ਨਹੀਂ। ਕੀ ਹੈ? ਆਤਮਕ ਅਵਸਥਾ ਦਾ ਨਾਮ ਸਿੱਖ ਹੈ। ਉਸ ਆਤਮਕ ਅਵਸਥਾ ਦੇ ਝੂਠੇ ਲੋਕ ਭਾਈ, ਮੈਂ ਉਸ ਵਿੱਚ ਥੋੜੀ ਗੱਲ ਕਰ ਰਿਹਾ ਸੀਗਾ ਜਾਣ ਵਾਸਤੇ ਕਿ ਘਰ ਦੀ ਅੱਜ ਗੱਲ ਹੈ, ਘਰ ਤੱਕ ਪਹੁੰਚਣਾ ਹੈ। ਕੀ ਹੈ? ਘਰ ਤੱਕ ਪਹੁੰਚਣਾ ਹੈ। ਘਰ ਤੱਕ ਪਹੁੰਚਣ ਵਾਸਤੇ ਚਲੋ ਇੰਨਾ ਸਮਾਂ ਜਿਹੜਾ ਹੁੰਦਾ ਹੈ ਨਾ, ਕੋਈ ਘੰਟਾ 1.5 ਘੰਟਾ, ਇਹ ਕੁਛ ਨਹੀਂ ਹੁੰਦਾ। ਮੈਂ ਕਈ ਦਫਾ ਲੋਕ ਸੁਣਦੇ ਨੇ, ਬੈਠੇ ਨੇ ਸਾਧੂ ਸੰਤ ਮਹਾਤਮਾ ਜਨ, ਤਾਂ ਮੈਂ ਕਹਿਣਾ ਹੁੰਦਾ ਕਿ ਇੱਕ ਪਾਸੇ ਨੂੰ ਜੇ ਘਰ ਸ਼ਬਦ ਤੇ ਬੋਲਣਾ ਹੈ ਨਾ, ਕੋਈ 10-11 ਦਿਨ ਬੋਲੀਏ ਤੇ ਫਿਰ ਜਾ ਕੇ ਕੁਛ ਬਣਦਾ ਹੁੰਦਾ ਹੈ। ਇੱਕ ਦਿਨ ਦੇ ਵਿੱਚ ਤਾਂ ਘਰ ਦੇ ਉੱਤੇ ਅਸੀਂ ਕੀ ਬੋਲਦੇ ਹਾਂ ਕਿ ਭਾਈ ਤੋ ਨਿਜ ਘਰ ਮਹਿਲ ਪਾਵੋ ਸੁਖ ਸਹਿਜ। ਗੱਲ ਸਹਿਜ ਦੀ ਬਣੀ ਹੈ ਜਾ ਕੇ। ਤੋ ਸਹਿਜ ਨੂੰ ਮੈਂ 2 ਪੱਖਾਂ ਤੋਂ ਥੋੜਾ ਜਿਹਾ ਰੱਖ ਦੇਣਾ। ਜਿੰਨੀ ਕੁ ਮਹਾਂਪੁਰਖਾਂ ਨੇ ਬਖਸ਼ਿਸ਼ ਕੀਤੀ ਹੋਈ ਹੈ ਤੇ ਜਿੰਨੀ ਕੁ ਸੋਝੀ ਹੈਗੀ ਹੈ, ਨਹੀਂ ਤੋ ਮੈਂ ਉਸ ਗੱਲ ਨੂੰ ਕਿ ਨਿਜ ਘਰ ਮਹਿਲ ਪਾਵੋ ਸੁਖ ਸਹਿਜ। ਪਾਤਸ਼ਾਹ ਨੇ ਆਖਿਆ ਕਿ ਨਿੱਜੀ ਘਰ ਵਿੱਚ ਤੂੰ ਜਾਣਾ ਤੇ ਇਹ ਤੇਰਾ ਮਹੱਲ ਹੈ। ਉਸ ਮਹੱਲ ਨੂੰ ਸੋਠ ਰਾਗ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਵੀ ਪਵਿੱਤਰ ਬੋਲਾਂ ਨਾਲ ਵਰਣਨ ਕੀਤਾ ਗਿਆ ਕਿ ਸੂਖ ਮਹਿਲ ਜਾ ਕੇ ਊਚ ਦੁਆਰੇ। ਕੀ ਹੈ? ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਵੇਂ ਬਾਸੇ ਭਗਤ ਬਿਆਏ।
ਜਿਹੜੇ ਉਸ ਨੂੰ ਪਿਆਰੇ ਹੋ ਗਏ ਨੇ, ਜਿਹੜੇ ਉਹਨੂੰ ਭਾ ਗਏ ਨੇ, ਤੇ ਜਿਹੜੇ ਉਹਨਾਂ ਇੱਕ ਹੋ ਗਏ ਨੇ, ਉਹ ਉਸੇ ਮਹੱਲ ਦਾ ਆਨੰਦ ਮਾਣਦੇ ਨੇ। ਤੇ ਸੂਖ ਮਹਿਲ ਜਾ ਕੇ ਉੱਚ ਦੁਆਰਿਆਂ ਦਾ ਇਹ ਹੈ ਕਿ ਇਹ ਉੱਚੀ ਵਸਤੂ 3 ਗੁਣਾ ਤੋਂ ਜਿਹੜਾ ਤਾਹਾਂ ਚਲ ਗਿਆ, ਉਸੇ ਨੂੰ ਹੀ ਉੱਚਾ ਕਹਿੰਦੇ ਨੇ। ਬੋਲੇ ਕੀ ਹੈ? ਉਸ ਨੂੰ ਉੱਚਾ ਕਹਿੰਦੇ ਨੇ। ਰਾਜੇ ਤੋ ਉੱਚ ਮਹਿਲ ਆਖਿਆ, ਬੰਦਗੀ ਕਰਦਾ ਕਰਦਾ 3 ਗੁਣਾ ਰਜੋ ਤਮੋ ਤੇ ਸ਼ਤੋ ਦੀ ਪਕੜ ਦੇ ਵਿੱਚੋਂ ਨਿਕਲ ਗਿਆ ਹੈ, ਤੇ ਸਮਝ ਲਓ ਇਹ ਨਿਰੰਕਾਰ ਦੇ ਦਰਵਾਜ਼ੇ ਤੇ ਖੜ ਗਿਆ ਹੈ ਜਾ ਕੇ। ਉੱਚਾ ਦਰਵਾਜ਼ਾ, ਚਾਹੇ ਉਹ ਸੇਵਾ ਕਰਕੇ ਲੰਘਿਆ, ਚਾਹੇ ਸਿਮਰਨ ਕਰਕੇ ਲੰਘਿਆ, ਚਾਹੇ ਉਹ ਸੁਣ ਕੇ ਸਰਵਣ ਭਗਤੀ ਤੇ ਚਾਹੇ ਕੀਰਤਨ ਭਗਤੀ ਨਾਲ ਲੰਘਿਆ ਹੈ। ਇਸ ਮਹੱਲ ਦੇ ਜਿਹੜੇ ਦਰਵਾਜ਼ੇ ਨੇ ਇਹ ਬੜੇ ਉੱਚੇ ਹੈ, ਕਿਉਂਕਿ ਇਸ ਮਹੱਲ ਦੇ ਧਰਮ ਦੇ ਕੋਠੇ ਦੇ 10 ਦਰਵਾਜ਼ੇ ਲਿਖੇ ਨੇ ਕਿ ਖਿਮਾ ਅਹਿੰਸਾ ਦਇਆ ਮਰਿਆ। ਜੇ ਇਹ ਦਰਵਾਜ਼ੇ ਜਿੱਦਾਂ ਆਪਾਂ ਮਹੱਲ ਬਣਾਇਆ ਹੈ, ਇਹਦੇ ਕਿਤਨੇ ਦਰਵਾਜ਼ੇ ਤੇ ਖਿੜਕੀਆਂ ਨੇ। ਬਾਦਸ਼ਾਹ ਕਹਿੰਦੇ ਉਸ ਧਰਮ ਦੇ ਪਵਿੱਤਰ ਮੁਕਾਮ ਦੇ, ਜਿਸ ਮੁਕਾਮ ਨੂੰ ਕੀ ਹੈ ਗੁਰੂ ਨਾਨਕ ਨੇ ਦਰਸਾਇਆ ਹੈ, ਤੇ ਜਿੱਥੇ ਨਿਰੰਕਾਰ ਉਸ ਮੁਕਾਮ ਦੇ ਵਿੱਚ ਰਹਿੰਦਾ ਹੈ, ਤੇ ਉਸ ਨੂੰ ਕਿਸੇ ਕੌਮ ਨਾਲ ਵਿਸ਼ੇਸ਼ ਨਹੀਂ ਜੋੜੀਦਾ ਹੁੰਦਾ। ਧਰਮ ਧਰਮ ਇਹਨਾਂ ਤੋਂ ਉੱਚੀ ਵਸਤੂ ਤੋਂ ਖਿਮਾ ਅਹਿੰਸਾ ਪਹਿਲਾ ਉਹਦਾ ਦਰਵਾਜ਼ਾ ਹੈ ਕਿ ਮਾਫੀਆਂ ਮੰਗੋ। ਬੋਲੋ ਲੰਘਣਾ ਹੈ ਦਰਵਾਜ਼ੇ ਨੂੰ, ਇੱਥੇ ਆ ਜਾਓ, ਪਾਤਸ਼ਾਹ ਦੇ ਅੱਗੇ ਹੱਥ ਜੋੜੋ ਕਿ ਪਾਤਸ਼ਾਹ ਜਿੰਨੇ ਜ਼ਿੰਦਗੀ 'ਚ ਗੁਨਾਹ ਹੋਏ ਨੇ, ਜਿੰਨੇ ਪਾਪ ਹੋਏ ਨੇ, ਜਿੰਨੇ ਮਾੜੇ ਕਰਮ, ਜਿਤਨਾ ਕਿਸੇ ਦਾ ਦਿਲ ਦਿਖਾਇਆ, ਮੇਰੇ ਕੀਤੇ ਗੁਨਾਹ ਮਾਫ ਕਰ ਦਿਓ। ਤੇ ਜੇ ਮਾਫੀਆਂ ਨਹੀਂ ਮੰਗਣੀਆਂ, ਦਰਵਾਜ਼ਾ ਨਹੀਂ ਖੁੱਲਣਾ। ਬੋਲੋ ਮੈਂ ਇਹਦੇ 10 ਦਰਵਾਜ਼ੇ ਲਿਖੇ ਨੇ ਭਾਈ। ਤੋਂ ਖਿਮਾ ਅਹਿੰਸਾ, ਜ਼ਿੰਦਗੀ ਦੇ ਵਿੱਚ ਕਿਸੇ ਪ੍ਰਕਾਰ ਦੀ ਹਿੰਸਾ ਨਹੀਂ ਕਰਨੀ ਹੈ। ਆਹ ਹਿੰਸਾ ਰਹਿਣਾ ਹੈ। ਹਿੰਸਾ 3 ਪ੍ਰਕਾਰ ਦੀ ਹੁੰਦੀ ਆ, ਤਨ ਮਨ ਕਰਕੇ, ਮਨ ਕਰਕੇ ਤੇ ਵਨ ਕਰਕੇ। ਤਨ ਕਰਕੇ ਜੀਵ ਦੇ ਸਵਾਦ ਲਈ ਜੀਵ ਮਾਰਨੀ, ਜੀਵ ਹੱਤਿਆ ਕਰਨੀ ਹੈ। ਮਨ ਉਤਨੀ ਤਨ ਦੀ ਹਿੰਸਾ ਨਹੀਂ ਹੈ ਜਿਤਨੀ ਅੱਜ ਘਰ ਘਰ ਦੇ ਵਿੱਚ ਮਨ ਦੇ ਨਾਲ ਹਿੰਸਾ ਹੋ ਰਹੀ ਹੈ। ਹਰ ਬੰਦਾ ਤਾਂ ਜੀਵਾਂ ਨੂੰ ਨਹੀਂ ਮਾਰਦਾ ਹੈ, ਪਰ ਹੋ ਸਕਦਾ ਕਿ ਜਿੱਥੇ ਜੀਵਾਂ ਨੂੰ ਮਾਰਨ ਵਾਲੇ ਪਿੰਡ ਦੇ ਵਿੱਚ 100 ਦੇ ਵਿੱਚੋਂ ਮੈਂ ਕਹਿੰਦਾ 25 ਹੋਣਗੇ, ਪਰ ਜੇ ਮਨ ਦੀ ਹੱਤਿਆ ਦੇਖੀਏ ਤਾਂ 75 ਜ਼ਰੂਰ ਮਿਲਣਗੇ ਜਿਹੜੇ ਦੂਜਿਆਂ ਦਾ ਬੁਰਾ ਸੋਚਦੇ ਨੇ। ਬੋਲੋ ਇੱਕ ਦੂਜੇ ਦਾ ਬੁਰਾ ਸੋਚਦੇ ਨੇ। ਬਾਦਸ਼ਾਹ ਕਹਿੰਦੇ ਨਹੀਂ ਕਰਨਾ, ਨਹੀਂ ਕਰਨਾ। ਧਰਮ ਦਾ ਦਰਵਾਜ਼ਾ ਲੰਘਣਾ, ਗੁਰੂ ਕੋਲੇ ਤੁਸੀਂ ਕਿਸੇ ਦਾ ਬੁਰਾ ਕਰਕੇ ਲੰਘ ਸਕਦੇ। ਸਿੱਖ ਮੈਂ ਹਿੰਦੂ ਜਨੇਊ ਮੈਂ ਮਲਾਣਾ ਨਹੀਂ, ਇਸ ਗੱਲ 'ਚ ਨਾ ਉਹ ਬੇਨਤੀ ਕਰਾਂ ਕਿ ਬਾਣੀ ਦੀ ਹਿੰਸਾ ਹੁੰਦੀ ਕਿ ਪਾਤਸ਼ਾਹ ਨੇ ਜਿਹੜੀ ਰਚਨਾ ਦਿੱਤੀ ਆ ਉਹ ਨਾਮ ਜਪਣ ਨੂੰ ਦਿੱਤੀ ਹੈ, ਤੇ ਜਿਹੜੀ ਚੀਜ਼ ਨਾਮ ਜਪਣ ਨੂੰ ਗੁਰੂ ਪਾਤਸ਼ਾਹ ਜੀ ਨੇ ਜੇਬਾ ਜਪ ਗੁਰ ਨਾਮ ਕਹਿ ਦਿੱਤਾ ਕਿ ਮੈਂ ਇਸ ਲਈ ਤੈਨੂੰ ਦਿੱਤੀ ਸੀ, ਤੇ ਉਸ ਜੀਭਾਂ ਦੇ ਨਾਲ ਗੰਦੀਆਂ ਗਾਲਾਂ ਤੇ ਗੰਦੇ ਬੋਲ ਬੋਲਣੇ, ਇਹ ਹਿੰਸਾ ਹੀ ਕਰ ਰਹੇ ਆ ਗੁਰੂ ਦੇ ਬਚਨਾਂ ਦੀ। ਕੀ ਹੈ? ਹਿੰਸਾ ਕਰ ਰਹੇ ਆ। ਤੇ ਇਸ ਕਰਕੇ ਹਰ ਗੁਰਸਿੱਖ ਆਪਣੇ ਮੁਖ ਦੇ ਵਿੱਚੋਂ ਬੋਲ ਸੋਚ ਕੇ ਕੱਢੋ, ਉਹ ਬੋਲ ਕੱਢੋ ਕਿ ਜਿਹੜਾ ਗੁਰੂ ਨਾਨਕ ਨੂੰ ਪ੍ਰਵਾਨ ਹੋਵੇ, ਤੇ ਉਸ ਬੋਲ ਦੇ ਇੱਕ ਪੈਸਾ ਹੈ, ਤੇ ਉਹਦੇ ਬਿਰਦਲੇ ਦੇ ਵਿੱਚ ਸਾਨੂੰ ਗੁਰੂ ਆਨੰਦ ਬਖਸ਼ਿਸ਼ ਕਰੇ, ਤੇ ਉਹਦੇ ਬਦਲੇ ਤੇ ਸਾਨੂੰ ਆਨੰਦ ਬਖਸ਼ਿਸ਼ ਕਰੇ। ਮੈਂ ਹੁਣ ਸੋਚੀ ਜਾਣਾ ਕਿ ਬੋਲੀਏ ਕਿ ਪਤਾ ਨਹੀਂ, ਕੁਛ ਬੋਲਣਾ ਹੈ, ਕੁਛ ਕਹਿਣਾ ਹੈ, ਪਰ ਕਹਿਣ ਨਾ ਜਾਏ। ਕੀ ਕਹਾਂਗੇ? ਗੱਲ ਥੋੜੀ ਜੀ ਮਾਲ ਦੀ ਸੀ। ਪਾਤਸ਼ਾਹ ਹੁਣ ਉਹ ਜ਼ੋਰਾਵਰ, ਸਾਡੇ 'ਚ ਤਾਂ ਕੋਈ ਤਾਕਤ ਨਹੀਂ ਹੈ, ਉਹਦਾ ਜ਼ੋਰ ਚੱਲਣ ਦੇ ਆ। ਮੈਂ ਸੋਚੀ ਜਾਣਾ ਕੁਛ ਮਾਲ ਤੇ ਬੋਲਾ, ਕੁਛ ਹੋਰ ਪਾਸੇ ਨੂੰ ਲੈ ਜਾਂਦਾ ਹੈ, ਤੇ ਉਹਦੇ ਅੱਗੇ ਕੋਈ ਜ਼ੋਰ ਨਹੀਂ, ਹੱਥ ਖੜੇ ਨੇ। ਤੇਰੇ ਅੱਗੇ ਤਾਂ ਕੋਈ ਸਾਡਾ ਜ਼ੋਰ ਨਹੀਂ ਹੈ। ਸਟੇਜਾਂ ਦੇ ਉੱਤੇ ਕੋਈ ਜ਼ੋਰ ਵਾਲਾ ਸ਼ਬਦ ਨਾ ਕਦੀ ਵਰਤੋ, ਠੀਕ ਹੈ ਨਾ ਜੀ। तो इस करके पातशाह देखो ये महल का दरवाजा है
कि मन करके तन करके ते बाणी करके ਜਿਹੜਾ ਪਾਪ ਕਰਨਾ ਹੈ ਸਮਝ ਲੈ ਗੁਰੂ ਨਾਨਕ ਦੇ ਮਹੱਲ ਦੇ ਦਰਵਾਜ਼ੇ ਨੂੰ ਪੱਕਾ ਹੀ ਜੰਦਾ ਲੱਗ ਗਿਆ ਹੈ। ਨਹੀਂ ਮਨ ਕੋਠਾ ਤਨ ਸਤ ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੇ ਅਵਰ ਨਾ ਪੂੰਜੀ ਹੱਥ ਇਸ ਦਰਵਾਜ਼ੇ ਦੀ ਪੂੰਜੀ ਦਾ ਗੁਰੂ ਦੇ ਕੋਲ ਹੈ। ਤੇਰੇ ਮਨ ਦਾ ਜੰਦੜਾ ਤਾਂ ਉਸੇ ਨੇ ਖੋਲਣਾ ਹੈ ਰਾਜੇ, ਪਰ ਜੇ ਤੂੰ ਇੰਨਾ ਗੰਦਗੀ ਹੈ ਆਲਾ ਬੰਦਾ ਹੈ ਤੇ ਤੇਰੇ ਲਈ ਕਦੀ ਵੀ ਨਹੀਂ ਖੁੱਲ ਸਕਦਾ ਹੈ। ਇਹ ਐਸੇ ਬੋਲ ਵਰਤਣੇ ਨੇ। ਇਸ ਕਰਕੇ ਬੇਨਤੀ ਕਰੀਏ ਕਿ ਉਹ ਬੋਲ ਬੋਲੋ ਵੀ ਜਿਹਦੇ ਨਾਲ ਇੱਜ਼ਤ ਜਿੱਤ ਬੋਲਿਆ ਪੱਤ ਪਾਈ ਹੈ ਨਾ ਜੀ। ਇੱਜ਼ਤ ਮਿਲਦੀ ਹੈ ਜਿਸ ਬੋਲ ਦੇ ਨਾਲ ਫਿੱਕਾ ਬੋਲੋਗੇ, ਫਿੱਕਾ ਬੋਲ ਗੁਚਣਾ ਸੁਣ ਮੂਰਖ ਮਨ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ। ਫਿੱਕਾ ਤਾਂ ਜਿਹਦੇ ਵਿੱਚ ਸਵਾਦ ਹੀ ਕੋਈ ਨਹੀਂ ਹੈ, ਬੋਲੋ ਰਾਸ਼ੀ ਕੋਈ ਨਹੀਂ ਹੈ ਤੇ ਫਿਰ ਕੀ ਹੈ? ਉਹ ਤੁਹਾਡਾ ਜਿਹੜਾ ਰਸ ਹੈ, ਤੁਹਾਡਾ ਜਿਹੜਾ ਸਵਾਦ ਹੈ, ਉਹ ਖਤਮ ਕਿਹਨੇ ਕਿਸੇ ਬੰਦੇ ਨੇ ਨਹੀਂ ਕੀਤਾ, ਬਲਕਿ ਤੇਰੇ ਬੋਲਾਂ ਨੇ ਕੀਤਾ। ਤੂੰ ਬੋਲ ਬੋਲਣੇ ਅਸੀਂ ਗੁਰੂ ਦੀ ਬਾਣੀ ਦੇ, ਤੂੰ ਬੋਲ ਬੋਲੇ ਨੇ ਦੁਨੀਆ ਦੀਆਂ ਮਾੜੀਆਂ ਗੱਲਾਂ ਦੇ। ਇਸ ਕਰਕੇ ਤੇਰਾ ਅੰਦਰ ਦਿਨੋਂ ਦਿਨ ਬੇਸਵਾਦਾ ਹੋ ਰਿਹਾ ਹੈ ਤੇ ਸਵਾਦ ਤਾਂ ਅੰਦਰੋਂ ਹੀ ਆਉਣਾ ਹੈ। ਪਰ ਜਿਨ੍ਹਾਂ ਨੂੰ ਅੰਦਰੋਂ ਰਸ ਆ ਰਿਹਾ ਉਹ ਇਹ ਤਿੰਨੇ ਤਰ੍ਹਾਂ ਦੇ ਕੰਮ ਨਹੀਂ ਕਰਦੇ, ਨਾ ਮਨ ਕਰਕੇ, ਨਾ ਤਨ ਕਰਕੇ, ਨਾ ਬਾਣੀ ਕਰਕੇ। ਉਹ ਭਲੇ ਦੇ ਰਾਹ ਦੇ ਉੱਤੇ ਤੁਰੇ ਹੁੰਦੇ ਨੇ। ਇਸ ਕਰਕੇ ਮੈਂ ਤਾਂ ਸੀ ਕਿ ਠੀਕ ਹੈ ਆਪਾਂ ਹੋ ਗਏ ਨੇ, ਸਾਰਾ ਕੁਛ ਹੈ ਕਿ ਦੇਖਣ ਦੇ ਵਿੱਚ ਅਸੀਂ ਧਰਮੀ ਹਾਂ, ਪਰ ਧਰਮ ਕੀ ਉਸਦਾ ਵੀ ਤਾਂ ਪਤਾ ਹੋਵੇ ਨਾ। ਬਾਣੀ ਚ ਰੋਜ਼ ਪੜ੍ਹਦੇ ਹਾਂ ਕਿ ਥੌਲ ਧਰਮ ਦਇਆ ਕਾ ਪੂਤ, ਕੀ ਦਇਆ ਦੇ ਪੁੱਤਰ ਦਾ ਨਾਮ ਧਰਮ ਹੈ। ਤੇ ਜਿਸ ਦੇ ਸਿੱਖ ਦੇ ਅੰਦਰ ਦਇਆ ਹੀ ਨਹੀਂ ਹੈ ਤੇ ਜੇ ਮਾਂ ਹੀ ਨਾ ਹੋਈ ਤੇ ਜੰਮਿਆ ਤੋਂ ਕਿੱਥੋਂ ਹੈ? ਬੋਲੋ। ਜਿਸ ਦੇ ਅੰਦਰ ਦਇਆ ਨਹੀਂ ਹੈ, ਜੇ ਹੁਣ ਮਾਂ ਤੋਂ ਬਿਨਾਂ ਤੇ ਜਨਮ ਨਹੀਂ ਹੋ ਸਕਦਾ ਹੈ ਨਾ। ਠੀਕ ਹੈ ਨਾ ਜੀ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਕਹਿੰਦੇ ਧਰਮ ਦੀ ਮਾਂ ਤਾਂ ਦਇਆ ਹੈ ਤੇ ਪਾਪਾਂ ਦੀ ਮਾਂ ਹੰਕਾਰ ਹੈ। ਬੋਲੋ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲसी दया ना छोड़िए जब लग घट में प्राण। ठीक है ना जी। इस करके राजे कि देखो कि कितों वस्तु मिल रही है, उधर ਨੂੰ ਆਪਾਂ ਤੁਰੀਏ। तो बेनती की सी कि देखो दाखला होया है ਤੇ ਪੰਜਵੀਂ ਪੜ੍ਹ ਲਈ ਹੈ, ਫਿਰ ਜੀ ਇੰਨੇ ਕੁ ਨਾਲ ਹੀ 5 ਸਾਲਾਂ ਨਾਲ 5 ਬਾਣੀਆਂ ਪੜ੍ਹਨਾ ਹੀ ਗੱਲ ਬਣ ਗਈ ਹੈ। ਤੇ ਫਿਰ ਪੰਜਵੀਂ ਤੋਂ ਬਾਅਦ ਸਾਰੇ ਬੱਚੇ ਹਟਾ ਲਿਆ ਕਰੋ ਭਾਈ, ਇਹ ਅੱਗੇ ਕੱਲ ਨਹੀਂ ਪੜ੍ਹਨਾ ਹੈ ਕੁਛ। ਜੇ ਪੰਜਵੀਂ ਨਾਲ ਸ਼ਰਧਾ ਹੋਵੇ ਤੇ ਬੱਚੇ ਹਟਾ ਲਓ ਸਾਰੇ ਭਾਈ। ਪਰ ਪੰਜਵੀਂ ਪੜ੍ਹੇ ਨੂੰ ਤੇ ਕਿਤੇ ਥਾਂ ਹੀ ਨਹੀਂ ਹੈ ਇਸ ਦੁਨੀਆ 'ਚ। ਉਹਨੂੰ ਤਾਂ ਕਹਿੰਦੇ ਜੇ ਚਿੱਟਾ ਹੀ ਅਨਪੜ੍ਹ ਹੈ, ਕਹਿੰਦੇ ਆ ਉਹਨੂੰ ਪੜ੍ਹਿਆ 'ਚ ਨਹੀਂ ਗਿਣਦੇ, ਉਹਨੂੰ ਅਨਪੜ੍ਹਾ 'ਚ ਹੀ ਹੋਵੇ ਕਹਿੰਦੇ ਨੇ। ਬੇਨਤੀ ਕਰਦੇ 5 ਸਾਲ ਮੈਂ ਦੇਖੋ ਜਿੰਨੇ ਵੀ ਸਾਡੇ ਗੁਰਸਥਾਨ ਸਾਹਿਬ ਪੂਜਣਯੋਗ, ਜਿੰਨੇ ਮੰਦਰ ਪੂਜਣਯੋਗ, ਪਰ ਮੇਰੇ ਇੱਕ ਅੰਦਰ ਗੱਲ ਆਈ ਮੈਂ ਕਹਿ ਦੇਣਾ, ਜਿੰਨੀਆਂ ਮਸਜਿਦਾਂ ਨੇ ਸਭ ਧਰਮ ਦੇ ਸਥਾਨ ਨੇ ਪੂਜਣਯੋਗ। ਬੇਨਤੀ ਮੈਂ ਇਹ ਕਰਾਂ ਕਿ ਇੱਕ ਸਕੂਲ ਆ, ਉਹਦੇ ਵਿੱਚ 100 ਵਿਦਿਆਰਥੀ ਆਇਆ। ਕਿੰਨਾ ਆਇਆ? 100 ਵਿਦਿਆਰਥੀ ਆਇਆ ਹੈ। ਠੀਕ ਹੈ ਨਾ ਜੀ। ਪਰ ਕੀ ਹੋਈ ਹੈ ਕਿ ਉਸ ਸਕੂਲ ਦਾ ਰਿਜ਼ਲਟ ਰਹਿ ਗਿਆ ਕਿ 100 ਦੇ ਵਿੱਚੋਂ ਪਾਸ ਇੱਕ ਵੀ ਨਹੀਂ ਹੋਇਆ। ਬੋਲੋ। ਉਸ ਸਕੂਲ ਨੂੰ ਦੱਸੋ ਤੁਸੀਂ ਕੀ ਕਰੋਗੇ? ਬੋਲੋ। ਪਿੰਡਾਂ 'ਚ ਗੁਰਦੁਆਰੇ ਨੇ, ਮੰਦਰ ਨੇ। ਹਾਈ ਸਕੂਲ 10ਵੀਂ ਦੇ ਵਿੱਚ ਵਿਦਿਆਰਥੀ ਤਾਂ 200 ਸੀ, ਪਰ ਸਕੂਲ ਦਾ ਰਿਜ਼ਲਟ ਤਾਂ 0 ਰਿਹਾ ਹੈ। ਉਸ ਸਕੂਲ ਨੂੰ ਕੀ ਕਰੋਗੇ? ਬੋਲੋ। ਮੈਂ ਬੇਨਤੀ ਕਰਾਂ ਹਾਂ ਉਹਦੇ ਬਾਅਦ ਦੇ ਵਿੱਚ ਤੁਸੀਂ ਲਾ ਲਓ ਯੂਨੀਵਰਸਿਟੀ ਦੇ ਵਿੱਚ MSc ਕੀਤੀ ਆ, ਹੈ ਨਾ ਜੀ। ਉੱਥੇ ਜਾ ਕੇ PhD ਕੀਤੀ ਆ, ਪਰ ਡਿਗਰੀ ਤੇ ਦੋਵਾਂ ਨੂੰ ਨਹੀਂ ਮਿਲੀ ਹੈ। ਤੇ ਉਸ ਯੂਨੀਵਰਸਿਟੀ ਦਾ ਕੀ ਕਰੋਗੇ? ਮੇਰੀ ਗੱਲ ਪਕੜ ਕੇ ਆਈ ਹੈ? ਕੀ ਹੋਊਗਾ? ਮੈਂ ਇੱਧਰ ਨੂੰ ਨਾ ਜਾਵਾਂ ਭਾਈ,
क्योंकि अज की है इन्ने इन्ने दे उत्ते की है उठते हैं सवाल उठते हैं फकीर लोग हैं भाई बस उन्ना की कहिए जिन्ना क सारियां दी समझ विच भी आवे। मेरा कहण तो यह है राजे साडे गुरु घरां च साडे मंदिरां दे विच साडियां मस्जिदां दे विच हर धर्म की मैं गल करूँगा क्योंकि महापुरखा ने सानू उपदेश ही ऐसा सिखाया सब नाल प्यार करते सन। तो इस करके उन्हां दे विच जिहड़े साडे ग्रंथी सिंह ने कई वो इन्नी क कमाई वाले होण के जिहड़े हाँ कि सिक्ख्या दे के पढ़ा के ते कम से कम साडे गुरु घरां दे विचों पिंडां च जे 200 जाना है ते कम से कम कोई 50% तां पास होण उत्थों लोगों की है कुछ 50% तां साडा रिजल्ट होवे पिंडां दा कुछ भी नहीं है बोलो। ते फिर साडे देखो इस अध्यात्मक स्कूलों की पढ़ाई कित्थे चली गई है कुछ भी नहीं रह गया है। इस करके मैं बेनती करते हैं राजे कि पढ़ो ते उच्चा ते अपने अपने नगरां दे विच इहो जे माहौल पैदा करो कि कुछ नगरां दी दुनिया जिहड़ी तां उठे अध्यात्मक पासा लो। मैं इस दे नाल की घर दी गल सी वो घर तक तां जाना ही बहुत औखा है। जिन्हों कह दिता कि घर तक पातशाह ते रोज शब्द तुसी श्री दरबार साहिब तो पवित्र जिले शाम आरती के शब्द पढ़ते हैं तो उसके बाद एक शब्द पढ़िया जाता कि थिर कर बैसो सारी समाप्ति रह रस हो गई है आरती हो गई है ते अखीर ते गल कही है कि थिर कर हुण काम निपट गया ते सिखा रात पै गई है ते तू हुण पुछया सी गोया नंद लाल नूं गुरु गोबिंद सिंह सच्चे पातशाह ने कि अकाल पुरख ने रात कादे लई बनाई है तां कहंदा मेरे पातशाह मैनू माफ करी नहीं मैनू माफ करियो भई पर तुसी पुछया कि कादे लई बनाई जिन्नी क मैनू समझ है मैं ओहदे ना पर तुहाडीआं गल्लां दा जवाब तो नहीं है पर जो तुसी अंदर जिन्नी क दित्ती सोची मैनू तो यह लगता कि उस अकाल पुरख ने जिहड़ी राखड़ी बनाई है ना ये केवल ते केवल अपने प्यारियां दे बंदगी करन लई बनाई है। बोलो की है अपने प्यारियां दे माहौल बड़ा रात नूं शांत होंदा है तां करके पवित्र बाणी दे शब्द ने कि किन्नी रैनड़िए जामकन तारे जागन संत जना मेरे राम प्यारे कादे लई बनाई है दुनिया सौंदी है ते रब दे प्यारे की है जागदे ने ते जागदे ये नहीं कि तुरदे फिरदे है ना जी पहने रैनड़ी है जामकन तारे जागन संत जना मेरे राम प्यारे। मेरे एक वचन याद आया कि जागदे ने एक दफा भाई विधि चंद जी ने की छेवें पातशाह नूं कहंदे क्योंकि उन्हां दा जिहड़ा सीगा काम हुंदा सी चोरी करदे हुंदे सन शुरू तो ही उन्हां दा सुभाव तां बड़े दिन हो गए पातशाह दे कोले बैठिया नूं तां कहण लगे पातशाह मन नहीं लगदा ते महाराज कहण लगे मेरे कोले बैठिया भी नहीं तेरा मन लगदा ते फिर कित्थे लगना है। कहंदे पातशाह किन्ने दिन हो गया ते चोरी ते कोई कीती नहीं मैं क्योंकि उन्हां दी खराक सीगी है ना जी तो कहते चोरी तो की नहीं पाई है ना जी तो महाराज कहते चंगा फिर तू करया है ना जी तू करया भाई चोरी तो चलो कुछ उन्हें आपका जिहड़ा साजो समान हुंदा वो नाल ले आया अपना है ना जी तो कुछ उन्होंने कोले बाकी भी सी समान है ना जी पैसे धेले भी सन रखते सन उन्होंने शौक सीगा क्यों शौक सी भई किते चल कोई घोड़ा ही पसंद आ गया आप खरीद लेना गुरु घर लाए दौलत कोल रखिया करते सन भी ये नहीं कि हाँ महाराज का हुक्म ऐसा सीगा तो महाराज कहते चंगा फिर अज चोरी करया घरे चले गए तो उत्थे तो कुछ भी नहीं लभ्या वो पेटी खोल वो संदूक खोल 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 के बेचारे है ना जी ऐ हो गया सोचन लग्या कुछ नहीं देखो साधु भी चोरी करन चलिया जाता कि मेरा चोरी नूं जी कीता है तो जिले देखा कुछ नहीं लभ्या ना तो जिहड़ा कोल सी ना
ਤੇ ਉੱਥੇ ਉਹ ਮਾਈ ਦੇ ਮੰਜੇ ਦੇ ਉੱਤੇ ਰੱਖ ਦਿੱਤਾ। ਕਹਿੰਦੇ ਮਾਂ ਤੇਰੇ ਕੋਲ ਤਾਂ ਕੋਈ ਨਹੀਂ, ਆ ਰੱਖ ਲੈ ਤੇ ਮਜੇ ਨਾਲ ਰੋਟੀ ਖਾਇਆ ਕਰੀ। ਬੋਲੋ ਨਹੀਂ, ਤੂੰ ਕੀ ਹੈ ਆਨੰਦ ਨਾਲ ਉਹ ਛਕਿਆ ਕਰ। ਮਾਤਾ ਨੂੰ ਟੇਕਿਆ ਮੱਥਾ, ਕਹਿੰਦਾ ਚੱਲ ਠੀਕ ਹੈ, ਚੋਰੀ ਕਰਦਾ ਸੀ, ਅੱਜ ਕਰਾਇਆ ਲੇਖੇ ਚ ਲਾਗੀ ਜਾ, ਕਰ ਲਈ ਜਾਂ ਕਰਾ ਲਈ, ਇੱਧਰੋਂ ਚੁੱਕਿਆ ਇੱਧਰ ਦੇ ਦਿੱਤਾ, ਕੰਮ ਤੇ ਆਪਣਾ ਕਰਨਾ ਸਿਖਾ ਰਹੇ ਆ। ਗੁਰੂ ਨੇ ਜਿਹੜਾ ਲਵਾ ਦਿੱਤਾ ਹੈ, ਧੰਨਵਾਦ ਹੈ ਗੁਰੂ ਦਾ ਭਾਈ। ਇਸ ਕਰਕੇ ਫਕੀਰ ਹੈ ਭਾਈ, ਚਲਿਆ ਵੀ ਜਾਂਦਾ ਹੈ ਕਿਤੇ ਤਾਂ ਕੁਛ ਦੇ ਹੀ ਆਉਂਦਾ ਹੈ ਜਾਣ ਲੱਗਿਆ, ਹੈ ਨਾ ਜੀ ਕਿਤੇ ਵੀ। ਮੈਂ ਇਸ ਗੱਲ ਦੇ ਨਾਲ ਦੇਖੋ ਰਾਜੇ, ਇਹ ਨਹੀਂ ਜ਼ਰੂਰੀ ਹੁੰਦਾ ਕਿਉਂਕਿ ਉਹਨਾਂ ਦੇ ਹੈ ਨਹੀਂ ਗੁਰੂ ਦੇ ਉੱਤੇ ਜਿਹੜੇ ਵਿਕ ਜਾਈਦਾ, ਗੁਰੂ ਮਾੜਾ ਕਰਮ ਹੋਣ ਹੀ ਨਹੀਂ ਦਿੰਦਾ। ਕੀ ਹੈ? ਗੁਰੂ ਮਾੜਾ ਕਰਮ ਹੋਣ ਹੀ ਨਹੀਂ ਦਿੰਦਾ। ਕੁਛ ਗੱਲ ਸੀ ਕਿ ਹਾਂ ਪਾਤਸ਼ਾਹ ਜੀ ਆਂਦਾ ਸੀ, ਦੇਖੋ ਬਚਨ ਆਪਾਂ ਪੜ੍ਹਦੇ ਸੀ ਕਿ ਅਵਸਥਾ ਬਣੀ ਪਈ ਹੈ ਕਿ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰੂ ਤੁਮਰੇ ਕਾਜ ਸ਼ੁਭਾਰੇ। ਪਾਤਸ਼ਾਹ ਨੇ ਕਾਜ ਸ਼ੁਭਾਰ ਦਿੱਤਾ ਹੈ। ਗਿਆ ਤਾਂ ਕਿਸੇ ਕੰਮ ਲਈ ਸੀ ਤੇ ਕਰਾ ਕੁਛ ਹੋਰ ਦਿੱਤਾ ਹੈ। ਉਸ ਅਵਸਥਾ 'ਚ ਜਾ ਕੇ ਬੈਠੀਏ ਕਿ ਜਿੱਥੇ ਮੇਰਾ ਕਹਿਣ ਦਾ ਅੰਤਰੀਵ ਇਹ ਹੈ ਕਿ ਜਿੱਥੇ ਮੇਰੀਆਂ ਸੋਚਾਂ ਤੇ ਮੇਰੀ ਸੋਚਣੀ ਤੇ ਮੇਰੇ ਬਲਬਲੇ ਖਤਮ ਹੋ ਜਾਣ, ਉਸ ਆਤਮਿਕ ਅਵਸਥਾ ਦੇ ਘਰ ਵਿੱਚ ਬੈਠੀਏ ਕਿ ਜਿੱਥੇ ਬੈਠੇ ਮੇਰੀ ਕਲਪਨਾ ਨਹੀਂ, ਹੁਣ ਜੋ ਵੀ ਮੇਰੀ ਜ਼ਿੰਦਗੀ ਦਾ ਸਵਾਰਨਾ ਹੈ ਉਹ ਮੇਰਾ ਗੁਰੂ ਹੀ ਸਵਾਰੇ। ਬੋਲੋ ਨਹੀਂ, ਜੋ ਵੀ ਸਵਾਰਨਾ ਉਹ ਮੇਰਾ ਗੁਰੂ ਸਵਾਰੇ ਮੇਰਾ। ਬਸ ਉਹਨੂੰ ਕਹਿੰਦੇ ਕਿ ਥਿਰ ਘਰ ਬੈਸੋ ਹਰ ਜਨ ਪਿਆਰੇ। ਤੇ ਹੁਣ ਗੁਰੂ ਜਿਸ ਵੇਲੇ ਸਵਾਰਨ ਲੱਗਦਾ ਹੈ ਤੇ ਫਿਰ ਉਹ ਅਖੀਰਲੀ ਮੰਜ਼ਿਲ ਦੇ ਵਿੱਚ ਜਾ ਕੇ ਹਟਦਾ ਹੈ ਕਿ ਤੈਨੂੰ ਹੁਣ ਘਰ ਦੇ ਵਿੱਚ ਅਸੀਂ ਪਹੁੰਚਾਉਣਾ ਹੈ। ਤੇ ਸਿੱਖ ਲੱਗਿਆ ਜਪਣ ਤੇ ਜਪਦਾ ਜਪਦਾ ਬੈਖਰੀ ਤੋਂ ਮੱਧਮ ਦੇ ਵਿੱਚੋਂ ਪਸੰਚੀ ਤੇ ਪਸੰਚੀ ਦੇ ਵਿੱਚੋਂ ਪਰਾਬਾਣੀ ਚ ਚਲਿਆ ਗਿਆ ਕਿ ਜਪਦਾ ਸੀ, ਘਰ ਜਾਣਾ ਸੀ। ਹੁਣ ਘਰ ਪਹੁੰਚਣਾ ਤੇ ਤਾਂ ਹੀ ਤਸੱਲੀ ਹੋਣੀ ਹੈ ਕਿ ਬੇਸ਼ੱਕ ਉਹ ਤੇ ਗੇਟ ਦੇ ਉੱਤੇ ਵੀ ਪਹੁੰਚ ਗਏ ਹੈ ਨਾ, ਅਸੀਂ ਜਿੰਨਾ ਚਿਰ ਅਜੇ ਅੰਦਰ ਨਹੀਂ ਵੜੇ ਉਹਨਾਂ ਚਿਰ ਤਸੱਲੀ ਨਹੀਂ ਹੋਈ ਆਪਣੇ ਘਰ ਨੇ। ਇੰਨਾ ਜ਼ਰੂਰ ਹੈ ਕਿ ਮਨ ਨੂੰ ਹੌਸਲਾ ਮਿਲਿਆ ਹੈ ਕਿ ਜਿਹੜੇ ਅਸੀਂ ਸੜਕ ਤੋਂ ਹੀ ਮਿਲੇ ਹਾਂ ਤਾਂ ਮੈਂ ਸਿੰਘਾਂ ਨੂੰ ਮੈਂ ਕਿਹਾ ਆਹੀ ਕਲੋਨੀ ਆ ਜਿਹੜੀ ਕੱਟੀ ਹੈ ਨਾ ਜੀ। ਜਿਸ ਵੇਲੇ ਉੱਥੇ ਆਏ ਆ ਮੈਂ ਕਿਹਾ ਹੀ ਗੇਟ ਹੈ ਭਾਈ, ਅੰਦਰ ਆਏ ਆ ਤਾਂ ਘਰ ਬਣ ਗਏ ਆ ਭਾਈ। ਤੇ ਗੱਲ ਕੀ ਹੈ, ਜਿਲੇ ਅੰਦਰ ਵੜ ਗਏ ਤੇ ਗੱਲ ਸਾਰੀ ਖਤਮ ਹੋ ਗਈ ਹੈ। ਤੇ ਅੰਦਰ ਵੜ ਕੇ ਫਿਰ ਬੰਦਾ ਕੀ ਕਰਦਾ, ਕਹਿੰਦਾ ਸ਼ੁਕਰ ਹੈ ਆਏ ਆ, ਹੁਣ ਚੈਨ ਨਾਲ ਘੜੀ ਬਹਿਨੇ ਆ। ਇਸੇ ਤਰ੍ਹਾਂ ਦੇ ਨਾਲ ਜਿਸ ਵੇਲੇ ਬੰਦਾ ਸਾਰੀਆਂ ਦਰਵਾਜ਼ਿਆਂ ਨੂੰ ਲੰਘ ਕੇ ਤੇ ਚੌਥੇ ਪਦ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤੇ ਫਿਰ ਹੁਣ ਕਹਿੰਦਾ ਕਿ ਹੁਣ ਚੈਨ ਨਾਲ ਇੱਥੇ ਹੀ ਬੈਠੀਏ। ਬੋਲੋ ਕੀ ਹੈ, ਹੁਣ ਇੱਥੇ ਬੈਠੀਏ ਤੇ ਆਨੰਦ ਮਾਣੀਏ, ਆਪਣੇ ਘਰੇ ਆ ਗਏ ਆ ਭਾਈ। ਤੋ ਪਾਤਸ਼ਾਹ ਸਾਨੂੰ ਦੇਖੋ ਬੈਕਰੀ ਤੋਂ ਮੱਧਮ ਬੈਕਰੀ ਆ ਬੋਲ ਕੇ ਆਨੰਦ ਲੈ ਰਹੇ ਆ। ਮੱਧਮ ਚ ਜੀਵ ਟੋਕੇ ਵਾਂਗੂ ਚੱਲਦੀ ਹੈ, ਪਸੰਚੀ ਦੇ ਵਿੱਚ ਸਾਰਾ ਰਸ ਗਲੇ ਤੇ ਆ ਜਾਂਦਾ ਹੈ ਤੇ ਜਿਹੜੇ ਪਰਾਂ ਦੇ ਵਿੱਚ ਅਵਸਥਾ ਜਾਣੀ ਹੈ ਤੇ ਆਪਣੀਆਂ ਗੱਲਾਂ ਮੁੱਕ ਜਾਂਦੀਆਂ ਤੇ ਉਸ ਵੇਲੇ ਨਾਭੀ ਖੁੱਲ ਜਾਂਦੀ ਹੈ ਤੇ ਅਜੱਪਾ ਜਾਂ ਪ੍ਰਾਂਤ ਦੇ ਦਿਨ ਜਿਹੜਾ ਆਨੰਦ ਧੁਨਾ ਦਾ ਸ਼ੁਰੂ ਹੋ ਜਾਂਦਾ ਹੈ। ਇਸ ਅਵਸਥਾ ਦੇ ਵਿੱਚ ਜਿਹੜੇ ਅਸੀਂ ਪਹੁੰਚਦੇ ਆ, ਇਹਨੂੰ ਮੈਂ ਸਿਰਫ 1 ਮਿੰਟ 'ਚ 2 ਮਿੰਟ 'ਚ ਪੂਰਾ ਕੀਤਾ। ਇਹਨੂੰ ਇਸ ਤਰ੍ਹਾਂ ਨਹੀਂ ਆਨੰਦ ਆਉਂਦਾ ਹੁੰਦਾ, ਪਰ ਹੁਣ ਕੀ ਕਰੀਏ ਸਮੇਂ ਨਾਲ। ਗੱਲ ਹੈ ਕਿ ਘਰ ਵਿੱਚ ਪਹੁੰਚੇ ਆ, ਹੁਣ ਇੱਥੇ ਜਿਸ ਵੇਲੇ ਅਵਸਥਾ ਆਈ ਹੈ ਤੇ ਇਸੇ ਨੂੰ ਹੀ ਪਵਿੱਤਰ ਬਾਣੀ ਦੇ ਅੰਮ੍ਰਿਤ ਸ਼ਬਦਾਂ ਦੇ ਵਿੱਚ ਅੰਮ੍ਰਿਤ ਵਸਤੂ ਨੂੰ ਵਰਣਨ ਕੀਤਾ ਹੈ ਕਿ ਅੱਜ ਤੋਂ ਬਾਅਦ ਮੇਰੀ ਸਾਰੀ ਬਾਹਰਲੀ ਖੇਡ ਹੀ ਖਤਮ ਹੋ ਗਈ ਹੈ। ਕੀ ਹੈ? ਅੱਜ ਤੋਂ ਬਾਅਦ ਮੇਰੀ ਸਾਰੀ ਦੀ ਸਾਰੀ ਬਾਹਰਲੀ ਖੇਡ ਖਤਮ ਹੋ ਗਈ ਹੈ ਤੇ ਉਹ ਸਾਰੀਆਂ ਖੇਡਾਂ ਖਤਮ ਹੋ ਗਈਆਂ ਨੇ ਤੇ ਉਸ ਘਰ ਚ ਪਹੁੰਚੇ ਆ ਅਸੀਂ। ਜੇ ਕੋਈ ਰਹਿ ਜਾਂਦੀ ਤੇ ਉਹਨਾਂ ਦਾ ਪਰਦਾ ਹੋਣਾ ਸੀ ਤੇ ਗੱਲ ਨਹੀਂ ਸੀ ਬਣਨੀ ਅਜੇ। ਤੇ ਹੁਣ ਖੇਡਾਂ ਖਤਮ ਹੋ ਗਈਆਂ ਨੇ ਤੇ ਐਸੇ ਹਿਰਦੇ ਦੀ ਆਵਾਜ਼ ਪਾਤਸ਼ਾਹ ਜੀ ਨੇ ਸਾਨੂੰ ਸੁਣਾਈ ਹੈ ਕਿ ਬਾਹਰ ਢੂੰਡਣ ਦੇ ਹਮ ਛੂਟ ਪੜੇ। ਮੇਰੀ ਬਾਹਰਲੀ ਸਾਰੀ ਢੂੰਡ ਅੱਜ ਖਤਮ ਹੋ ਗਈ ਹੈ, ਆਨੰਦ ਆ ਗਿਆ ਹੈ। ਨਹੀਂ ਪਹੁੰਚਣਾ ਸੀ, ਮੈਂ ਪਹੁੰਚ ਗਿਆ।
बाहर ढूंढन ते हम छूट परे, गुर घर ही माहे दिखाया था। जिस निरंकार दा गुरु नानक दा मैं दर्शन करना सी, वो मैनू बाहर नहीं बल्कि मेरे हिरदे च ही देख लिया। बोलो की है हुण जिस दे हिरदे दे विच राजे जोत प्रकाशित हो जाती है, वो कदे भी अपने नेत्र बाहर नूं नहीं, अखां खुलियां है पर देख अंदर नूं रहा है। बोलो अखां बंद ने देख अंदर नूं रहा है, क्योंकि उस जोत का प्रकाश ते आनंद ही इतना है, उस वेले वो किते बाहर नेत्र नहीं खड़ सकता है। क्योंकि उस तो बाद बाहर तां खड़ीए कि कुछ दुनिया दे विच कोई उस तो वध आनंद देण वाला होवे, पर उस तो तां आनंद किते है ही नहीं है। इस करके बाहर ढूंढण दे हम छूट परे, गुर घर ही माहे दिखाया था। अगम रूप का मन में थाना, गुर प्रसाद कने विरले जाना। किसे विरले ने जाने है भाई, वो जिहड़ा गमता तो परे, सोचनी तो परे है, देखने तो परे है, पर उसने थां तां मेरी किथे रखी है, मन विच रखी है। क्योंकि वो सूक्ष्म शक्ति है, वो निर्गुण शक्ति है, ते निर्गुण शक्ति एडी को प्रबल ते एडी को वड्डी है, जिहदे एक बोल दे नाल संसार रचिया जांदा ते एक बोल नाल संसार नाश हो सकता है। ते उस निर्गुण शक्ति दे रहण वास्ते जगह भी निर्गुण चाहिदी सीगी, वो सरगुण दे विच इतना नहीं। इस सरगुण दे विच भी गुरु पातशाह ने एक निर्गुण घर रखिया, जिस घर नूं असीं मन बुद्धि सुरत ते चित कह दिंदे, इहदा शरीर कोई नहीं है। बोलो इसका शरीर कोई नहीं है, लेकिन मन का दायरा, सुरत का दायरा कितना बड़ा है, उथे दुनिया भी छोटी पै जाती है। एडा इथों बैठिया तेरे घर का दायरा तो इतना है, तेरे शरीर का आकार का सेब फुटदा है, पर तेरी सुरती का आकार इतना बड़ा है कि इथों बैठे ही अमृतसर बैठा पिया है। बोलो इतना लंबा आकार है सुरत का। इथों बैठे ही चांदनी चौक, इथों बैठे ही सचखंड श्री हजूर साहब, इथों बैठे ही तू जिथे चाहे उथे ये सुरत का दायरा बड़ा बड़ा है। इस करके आख्या गुरु दे रहन दा कोठा ही तेरी सुरत है, ते उस गुरु रूपी कोठे से भी एक सुरत रह सकती है। जिसने रहना वो भी निर्गुण है, ते जिस दे विच रहना वो भी निर्गुण है। इस करके बाणी च लिखिया कि शब्द गुरु सुरत तो न चेला, चेला भी सुरत है, ते की है गुरु भी की है निर्गुण है। दोनों ही, चेला सुरत है ते गुरु की है शब्द है। पर इथों तक कोई बिरला बिरला टामा टामा इस दुनिया गल्लां वाले सारे ही हैं कि ऐ ना करो, पर कोई बहुत जिहड़ा एक माई वाला महापुरख जिहड़ा शरीरक अवस्था तो उच्चा निकल के बाबे अतर सिंह महाराज वांगू शरीर नूं भुल चुकिया है ते इन्ना उच्चा चलिया गया, ओही शब्द की यात्रा कर सकता है। बाकी साडियां थल्ले दीयां गल्लां स्टेजां दे उत्ते जरूर होंदियां, पर उत्थों तक असीं पहुंचे नहीं होंदे। ओली कमाई की लोड़ है भाई। मैं तां सी कि जदों समझ लो पहुंचे हैं, जदों तुहाडे बाहरले ख्याल तो बिल्कुल संकोचे गए। बाहर ढूंढण ते हम छूट परे, गुर घर ही माहे दिखाया था। अन्न भौ अचरज रूप प्रभ वेख्या, अन्न भौ छुते मैं तां सौ गया, पर मेरी राखी करने वाला मेरे अंदर प्रकाशित वो नहीं सौंदा। बोलो है मैं उसनू पा लिया है। इस करके की हो रहा कि कहते जी कह देंगे ने ये तो अठे पैर ही जपते ने, हुण मैं नहीं जपदा, जपण वाला तो मेरे अंदर बैठा, उन्हें अपना घराट आप ही चलाया हुआ है। बोलो की है उन्हें अपना, हुण मेरी नहीं गल है। अन्न भाओ अचरज रूप प्रभ वेख्या, जिहड़ा ओहदा घराट अंदर बह रहा है ना,
कहते बस मेरे मन छोड़ ना कि तू जाया था ते उस दे आनंद नूं छड्ड के मन कबूल नहीं हुण कर सकदा कि मैं किते होर जावां, क्योंकि उहदे तक पहुंचण दे बाद ते पता नहीं किन्ना क पिछे आए सां उधर मलेरकोटले दी धरती च, उत्थे मैं एक शब्द शुरू च बोलिया सां, गुरु पातशाह दी किरपा नाल मैं कि गुरु नानक दी बाणी समझनी भई गुरु नानक दा घर समझना। ये अजे ही ना कि मैं 4 बारी कथा दी संथ्या लली, 4 बारी बाणी दी लली ते मान करके कह दईए कि मैं सब कुछ ही जानदा, कख भी नहीं जानदा। भई गुरु नानक दे बोलां नूं समझना। मैं तो ये कहना कि कोई 5, 7, 10 जन्मां दी किते पिछली जन्म होवे, कमाई होवे जन्मां दे विच, ते फिर गुरु नानक दी इस सहज बोलां नूं असीं समझ सकदे हां। ये इतने गहरे ने, इतने गहरे ने कि सत्ते पताल सोटे सारे समुद्रां दी गहराई छोटी है, ते जे इहदी बोलां दी उचाई देखीए ते आकाश छोटे पै जांदे ने, क्योंकि ये आकाशां नूं फाड़ के अगे पई उथे तै पावक सिंध धूप नहीं शहिया तै उत्पत परलो नाही। जिथे दे ये बोल है तै पावक सिंध धूप नहीं सहिया पई उथे हुण तुसीं ला लवो कि ना उथे पावक जाके आपे पावक आपे पवना है ना जी। उथे कहंदे अग्नि देवते दी पहुंच नहीं, उथे 7 समुद्रा जल देवते दी पहुंच नहीं, इंद्र दी पहुंच नहीं, तै पावक सिंध धूप ये सूरज देवता धुप दे रहा, कहते सूरज देवता भी थले रह गया। बोलो मैं तां कहा कि आकाश छोटे पै गए ने गुरु नानक दे बोला आ गया। तै पावक सिंध धूप नहीं शैया, सैया कहते छां देण वाला चंद्रमा भी थले रह गया। तै उत्पत परलो नहीं, ना उस देश दे विच उत्पत्ति है ना उथे परलोक है। बोलो कुछ भी नहीं है उथे। इसे नूं आख्या कि सिख इसे देश दा वासी बनना, उत्पत परलोक नहीं। जीवन मृत ना दुख सुख व्यापै, सुन समाध दौत है नाही। पातशाह कहते उत्थे तां सुन पई है, पई तां हुण की है दो नाम दवैत, उत्थे दूजा कुछ है ही नहीं है। एक कोई बोल चल रहा कहते हैं निगम निगम सद उचरे। उस देश का गुरु गोबिंद सिंह ने वातावरण लिखिया है कि एक रूप ते गुण ते परे मेरा वो स्वरूप है, ते निगम उस वातावरण उस वायुमंडल दे विच सिर्फ एक पौन आवाज चल रही है कि वाहिगुरु वाहिगुरु। मेरे देश का वातावरण ये है। मैं इस रूप दे विच हां, लेकिन असी एक उस स्वरूप नूं भी बंदा ही समझ लैंदे हां। गुरु नूं भी बंदा ही समझ लैंदे हां। गुर को कीजे दंडवत कोट कोट प्रणाम, भरिंग न जाने कीट को गुर कर ले आप समान। गुर को मान समान ते जिहड़े कहंदे भी गुरु भी साडे वर्गा ही है। नहीं गुर को मान समान ते नर कहिए तो अंध ये अन्ने लोग ने, ते नर कहिए तो अंध इत्थे दुख कनेरिया अगे जम का धंध। गुरु बंदा थोड़ी है पाए भाई, वो तो गुर परमेश्वर एको जान। गुरु ते रब दो नहीं ना दो पए ने। वो कहंदा मैं पार ब्रह्म परमेश्वर है ते तू गुर परमेश्वर है। कहीं निरंकार आकार जोत, कहते उस निरंकार दा निराकार जिहड़ा शरीरां तो रह ओदा फुरना आया कि मैं आकार विच आउणा है, ते लिखिया निरंकार आकार जोत जग मंडल करियो। की है निरंकार आकार, आकार च आया है पर आकार नहीं है, कहते जोत है। बोलो ये की है जोत है। इस करके राजे पातशाह सानू समझा रहे ने पवित्र बाणी दे पवित्र शब्दां दे विच। क्यों अज टाइम थोड़ा ज्यादा, चलो कोई नहीं लग जाना, इन्हां दा प्रेम ही इतना है। भाई इतनी संगत
आप दे इत्थों दे भी घर बार दे भी काम छड्ड के महापुरखां दे बचनां दे उत्ते सरदार बहादुर सरदार मुख्तियार सिंह होमशी बड़ी संगत रज रज कीती है, अगे ओही पहरा इन्हां दे उत्ते है। नहीं कोई गल नहीं कहते, ये तो उन्होंने चलाने हैं, साडे कोलों सेवा लै लैन। सेवक को सेवा बनया हुक्म बूझ परम पद पाई। तो बचन करदा करदे शाह के बाहर ढूंढण ते हम छूट परे, गुर घर ही माहे दिखाया था ते देखिया कि है अन्न भौ अचरज रूप प्रभ पेखिया। दुश्माद अद्भुत अचरज छुते सिद्ध मैं सौ गया वो जागदा, तू सुता रब जागदा तेरी डाढे नाल भरी। तू सुता पिया ते ओ जागदा, ओ पैरे ते तू खड़ना सी ते तेरे पैरे ते ओ खड़ा है। मैं खड़ा है सिक्खा, तू सौ जा ते तू सौ गया है, पर मैं तेरे श्वास नहीं चोरी करन देने। बोलो नहीं, तेरे श्वासां दी प्रक्रिया मैं चोरी नहीं होण देनी, मेरे नाल ही चिंतन करोगे। इस करके उन्होंने का लिखिया ब्रह्म ज्ञानी कै एक है रंग, ब्रह्म ज्ञानी कै बसै प्रभ संग। ब्रह्म ज्ञानी के नाम आधार, ब्रह्म ज्ञानी के नाम प्रवार। ब्रह्म ज्ञानी सदा सद जागत, ब्रह्म ज्ञानी अमृत जागत। ब्रह्म ज्ञानी के मन परमा पक्का ही जनवशी कह रहे हैं। 24 घंटे ही लिखे हैं ब्रह्म ज्ञानी के मन परमा आनंद। ब्रह्म ज्ञानी के घर सदा कहते उन्होंने घर च तो सदा आनंद। तो फिर जिस वेले भी उन्होंने कोई वचन होंदा है तो इन्ने ढैले बन के ना सुनिया करो, समझ लो कि आनंद का दरवाजा खुल गया है। बोलो कि ब्रह्म ज्ञानी का मुख ही नहीं खुलिया, सिखा तेरे वास्ते परम आनंद का दरवाजा खुल गया है। अपनी अपनी श्रद्धा है। तो अनुभव चर्ज रूप प्रभ पेखिया, मेरा मन छोड़ना कतहूं जिन्हें इन्नी प्रकाशता इन्ना आनंद देखिया है, ओदा मन इस आनंद नूं, इस प्रकाशता नूं, इस परम रस नूं, इस परम खेड़े नूं ओदा मन देख के कभी दूजे पासे नहीं जाऊगा, कदे भी नहीं जाऊगा। मेरा मन छोड़ना कतहूं जाए, मानक पायो रे पायो, मैं ओ अमोलक रतन पाया है। निर्मल नाम नरमोलक हीरा, गुरदीनो ममतानी, डिगे न डोले दृढ़ कर रहे हो, पूर्ण होए तृप तानी। ओए बीच हम तुम कच जेड़े इधर उधर दे माड़े मोटे फुरने उठदे सन, तिनकी बात बलानी। अज उन्हां दियां बात जड़ियां गल्लां सी फिक्कियां पै गईयां, चलदी होई नहीं अंदर कोई गल। बोलो गुरु दा प्रकाश तिनकी बात गलानी। अलंकार मिल थैली हुई है, ताते कणक बखानी। जो मैं सेवा कीती, जो मैं सिमरन कीता, जो मैं सत संग कीता है, ये सारे मेरे गहने। पर गुरु ने की कीता है, अलंकार मिल थैली हुई है, ताते मेरी सेवा दा गहना भी, मेरे सिमरन दा गहना भी, मेरे कथा दा गहना, मेरे कीर्तन दा, मेरे सत्संग दा, मेरे बाणी पढ़न दा गहना वो गुरु रूपी सुनियारे ने ढाल के एक जगह करके ते कहंदे तू गहना ही नहीं है, तू सोना रब दे रूप बन गया है। बोलो ठीक है। जिन्ना चिर लग लग न आउंदे सी नजर, ओदा च मुंदी भी सी ते साफ भी सी, तो उदों तक कड़ा भी सी ते गल दा हार भी सी। ते जिस वेले गुरु ने ढालिया एक जगह सारा पा के कहंदे ले तेनू असीं अपना ही रूप दे दिता है। बोलो हर हर जन दोई एक है, विचार कश ना है। जल ते उपजे तरंग जो, जल ही दिखे हर का सेवक हर ही जेरा, भेद न जानो मानस दिया जिन्हें न बिसरे नाम से कन्हैया। भेद न जानो मूल
ਸਾਈਂ ਜੇ ਅੰਤਰ ਸੁਨੰਗ ਬਾਹਰ ਸੁਨੰਗ ਤਰ ਭਵਨ ਸੁਨ ਸੁਨੰਗ ਚੌਥੇ ਸੁਨੇ ਜੋ ਨਰ ਕੀਨੇ ਤਾਂ ਕੋ ਪਾਪ ਨਾ ਪੁੰਨੰਗ ਸੁਨ ਸੁਨ ਕਹੇ ਸਭ ਕੋਈ ਅਨਹਤ ਸੁਨ ਕਹਾਂ ਤੇ ਹੋਈ ਅਨਹਤ ਸੁਨ ਰਤੇ ਸੇ ਕੈਸੇ ਜਿਸ ਤੇ ਉਪਜੇ ਤਿਸ ਹੀ ਜੈਸੇ ਪੈ ਜਿਹੜੇ ਇੱਥੇ ਤੱਕ ਧੁਨਾ ਤੱਕ ਚਲ ਗਏ ਨੇ ਕਿਹੋ ਜਿਹੇ ਨੇ ਕਹਿੰਦੇ ਜਿੱਦਾਂ ਦਾ ਖੁਦਾ ਹੈ ਇਹ ਵੀ ਉਹਦੇ ਵਰਗਾ ਹੀ ਹੋ ਗਿਆ ਹੈ। ਇਸੇ ਨੂੰ ਹੀ ਕਹਿੰਦੇ ਰਾਜੇ ਕਿ ਹਾਂ ਜਿਹੜਾ ਪਿਓ ਹੁੰਦਾ ਹੈ ਤੇ ਪੁੱਤ ਦਾ ਹੂ ਚਿਹਰਾ ਉਹੋ ਜਿਹਾ ਹੋਣਾ ਚਾਹੀਦਾ ਹੈ। ਨਹੀਂ ਉਹੋ ਜਿਹੇ ਉਹਦੇ ਬੋਲ ਹੋਣੇ ਚਾਹੀਦੇ ਆ। ਜਿਹੜੀ ਪਿਤਾ ਦੀ ਜਾਇਦਾਦ ਆ ਪੁੱਤ ਦੇ ਵਿੱਚੋਂ ਬੋਲੇ, ਜਿਹੜੀ ਗੁਰੂ ਦੀ ਬਾਣੀ ਆ ਸਿੱਖ ਚੋਂ ਬੋਲੇ ਉਹ ਇਹ ਤਾਂ ਨਿਸ਼ਾਨੀ ਹੈ ਭਾਈ। ਵੀ ਪਿਓ ਦੀ ਜਾਇਦਾਦ ਆ ਗੱਲਾਂ ਕਰਾਂਗੇ ਉਹਦੀਆਂ ਅਸੀਂ ਬਾਲੀਆਂ ਕਿਉਂ ਕਰੀਏ। ਤੋ ਇਸ ਕਰਕੇ ਸਤਿਗੁਰੂ ਜੀ ਸਮਝਾ ਰਹੇ ਹੁੰਦੇ ਕਿ ਮਾਨਕ ਪਾਇਓ ਰੇ ਪਾਇਓ। ਉਹ ਤੂੰ ਮਾਨਕ ਤੇ ਹੀਰੇ ਤੇ ਲਾਲ ਗੁਰੂ ਦੇ ਸ਼ਬਦ ਭਗਤੀ ਬਰਾਕ ਤੇ ਗਿਆਨ ਵਰਗੇ ਲਏ ਹੋਣ ਤੇ ਫਿਰ ਬਾਹਰਲੀਆਂ ਕੌਡੀਆਂ ਲਗਾਨੂੰ ਹੁਣ ਸਰੀਰ ਖਾਣਾ ਹੈ ਭਾਈ। ਬੋਲੋ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਪਰ ਕਹਿੰਦੇ ਮੋਲ ਅਮੋਲ ਨਾ ਪਾਇਆ ਜਾਏ। ਮੋਲ ਨਾਮ ਮੁੱਲ ਨਾਲ ਅਮੋਲ ਵਾਹਿਗੁਰੂ ਅਕਾਲ ਪੁਰਖ ਇਹ ਕਹਿ ਕੇ ਖਣੀ ਇਹਦੇ ਮੁੱਲ ਨਾ ਪਾਉਣਾ ਇਹਦੇ ਮੁੱਲ ਨਾ ਪਾਉਣਾ। ਮੈਂ ਜੇ ਮੈਂ ਵੀ ਇੰਨੀ ਸੇਵਾ ਕਰਕੇ ਪਾ ਸਕਦਾ ਹਾਂ ਇੰਨਾ ਕਿ ਮੈਂ ਜਪ ਕੇ ਪਾ ਸਕਦਾ ਹਾਂ ਤੇ ਫਿਰ ਤੇ ਜੇ ਇਹਦੇ ਨਾਲ ਉਹ ਤੋਲ ਕੇ ਤੇ ਮਿਲ ਜਾਵੇ ਫਿਰ ਤੇਰਾ ਜਪਣਾ ਹੀ ਵੱਡਾ ਹੋ ਗਿਆ ਤੇ ਤੇਰੀ ਸੇਵਾ ਗੁਰੂ ਤੇ ਛੋਟਾ ਹੀ ਹੋ ਗਿਆ ਹੈ। ਨਹੀਂ ਕੀ ਹੈ ਉਹਦਾ ਛੋਟਾ ਹੋ ਗਿਆ ਨਾ ਫਿਰ ਜੇ ਫਿਰ ਗੱਲ ਬਣ ਗਈ ਹੈ ਕਿ ਇੰਨੇ ਦਿਨ ਜਪੂੰਗਾ ਤੇ ਮੈਂ ਲੈ ਲੂੰਗਾ। ਉਹ ਇਹਨਾਂ ਚੀਜ਼ਾਂ ਤੇ ਨਹੀਂ ਰੀਝਦਾ ਹੈ ਭਾਈ। ਜਪ ਕੇ ਵੀ ਕਹਿਣਾ ਵੀ ਮੈਂ ਕੁਛ ਬਣਾਈ ਹੈ ਨਾਮ ਕੀਆ ਨਾ ਕਰੇਂਗੇ ਨਾ ਕਰ ਸਕੇ ਸ਼ਰੀਰ ਜੋ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ। ਠੀਕ ਹੈ ਨਾ ਜੀ। ਇਸ ਕਰਕੇ ਕਿਸੇ ਕੀਮਤ ਦੇ ਨਾਲ ਨਹੀਂ ਹੈ ਕੰਚਨ ਸਿਓ ਪਾਈਏ ਨਹੀਂ ਤੋਲ। ਇਹ ਇਸ ਤਰ੍ਹਾਂ ਨਹੀਂ ਇਹ ਰਾਜੇ ਗੱਲਾਂ ਬਣਨ ਵਾਲੀਆਂ। ਇਹ ਤਾਂ ਮਹਾਰਾਜ ਕਿਰਪਾ ਕਰੋ ਦਰਸ਼ ਕਰੋ। ਇਹ ਤਾਂ ਸਾਡੇ ਵੱਸ ਦੀਆਂ ਗੱਲਾਂ ਥੋੜੀ ਨੇ ਇਹ ਕੋਈ। ਕਿਉਂਕਿ ਜੇ ਕਿਸੇ ਕੀਮਤ ਦਾ ਮਿਲਦਾ ਹੋਵੇ ਫਿਰ ਤਾਂ ਰੱਬ ਛੋਟਾ ਹੋ ਗਿਆ ਤੇ ਕੀਮਤ ਹੀ ਵੱਡੀ ਹੋ ਗਈ। ਕਿਸੇ ਵੀ ਕੀਮਤ ਨਾਲ ਖਰੀਦ ਸਕਦੇ ਹੋ ਤੁਸੀਂ ਭਾਈ ਹੈ ਨਾ ਜੀ। ਇਸ ਕਰਕੇ ਇਹੋ ਜਿਹਾ ਕੋਈ ਗੱਲ ਨਹੀਂ ਹੈ ਭਾਈ। ਤਾਂ ਪਾਤਸ਼ਾਹ ਲਿਖ ਰਹੇ ਨੇ ਕਿ ਮੋਲ ਅਮੋਲ ਨਾ ਪਾਇਆ ਜਾਏ। ਕਹਿੰਦੇ ਉਹ ਮੋਲ ਹੈ ਉਹਦੀ ਕੀਮਤ ਹੀ ਕੋਈ ਨਹੀਂ। ਅਮੁੱਲ ਗੁਣੋ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ। ਭਾਈ ਇਹ ਕੀਮਤ ਤੋਂ ਰਹਿਤ ਸੌਦਾ ਮੋਲ ਅਮੋਲ ਨਾ ਪਾਇਆ ਜਾਈ। ਕਹਿੰਦੇ ਉਹ ਕਾਲ ਪੁਰਖ ਦਾ ਅਮੋਲ ਹੈ ਮੁੱਲ ਨਹੀਂ ਮਿਲਦਾ। ਉਹ ਕੀ ਹੈ ਮੁੱਲ ਨਹੀਂ ਮਿਲਦਾ। ਫਿਰ ਮਿਲਦਾ ਕਿੱਦਾਂ ਹੈ ਕਹਿੰਦੇ ਕਰ ਕਿਰਪਾ ਗੁਰੂ ਦਵਾਇਆ ਥਾ। ਬੋਲੋ ਕਿੱਥੇ ਮਿਲਦਾ ਹੈ ਕਿਹੜੀ ਹੈ ਦੀ ਕੀਮਤ। ਉਹ ਕਹਿੰਦਾ ਮੈਂ ਮਿਲੂ ਜ਼ਰੂਰ ਅਕਾਲ ਪੁਰਖ ਪਰ ਮਿਲੂ ਕਿਸ ਨੂੰ ਕਹਿੰਦੇ ਜਿਹਦੇ ਤੇ ਗੁਰੂ ਕਿਰਪਾ ਕਰੂਗਾ। ਕੀ ਹੈ ਜਿਹਦੇ ਤੇ ਗੁਰੂ ਕਿਰਪਾ ਕਰੂਗਾ ਉਹਨੂੰ ਮਿਲੂਗਾ। ਕਰ ਕਿਰਪਾ ਗੁਰੂ ਦਵਾਇਆ ਭਾਈ। ਅਦਿਸ਼ਟ ਅਗੋਚਰ ਪਾਰ ਬ੍ਰਹਮ ਅਦ੍ਰਿਸ਼ਟ ਹੈ ਨਹੀਂ ਨਜ਼ਰ ਆ ਰਿਹਾ। ਅਗੋਚਰ ਹੈ ਸਾਡੇ ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਹੈ। ਕੀ ਹੈ ਅਗੋਚਰ ਗੋਚਰ ਇੰਦਰ ਅਗੋਚਰ ਹੈ ਅਦ੍ਰਿਸ਼ਟ ਹੈ ਭਾਈ ਸਾਡੀ ਦ੍ਰਿਸ਼ਟੀ 'ਚ ਨਹੀਂ ਹੈ। ਅਦ੍ਰਿਸ਼ਟ ਅਗੋਚਰ ਪਾਰ ਬ੍ਰਹਮ ਕਹਿੰਦੇ ਮੇਰੇ ਸਾਧੂ ਅਕਥ ਕਥਾਇਆ ਥਾ। ਇੱਕ ਤਾਂ ਅਕਥ ਹੁੰਦਾ ਹੈ ਜੀ ਆ ਮੈਂ ਸੀ ਸ਼ਬਦ ਬੜਾ ਔਖਾ ਸੀ ਇਹਦੀ ਕਥਾ ਕਰ ਦਿੱਤੀ ਹੈ। ਇਹਨੂੰ ਕਥਾ ਨੂੰ ਕਥਾ ਨਹੀਂ ਕਿਹਾ ਜਾਂਦਾ। ਅਕਥ ਹੈ ਕਥਾਇਆ ਨਾਮ ਕਿ ਜਿੱਦਾਂ ਮੱਝ ਹੁਣ ਮੈਂ ਚੋਲੀ ਹੈ ਤੇ ਦੁੱਧ ਪੀ ਲਿਆ ਹੈ। ਬੋਲੋ ਉਹਨੂੰ ਕਹਿੰਦੇ ਨੇ ਕਥਾ ਕਰਨਾ। ਕੀ ਹੈ ਕਥਾ ਕਰਨੀ ਕਿਹਨੂੰ ਕਹਿੰਦੇ ਨੇ। ਹੁਣ ਕਲਾ ਤਾਂ ਲਿਆ ਘੰਟਾ 2 ਘੰਟੇ ਅੰਦਰ ਤਾਂ ਘੁੱਟ ਵੀ ਨਹੀਂ ਆਈ ਮੱਝ ਦਾ ਪਸ਼ਮਾਉਣੀ ਵੀ ਨਹੀਂ ਆਈ। ਬੋਲੋ ਕਿਉਂ ਇਹ ਕਰੋ ਤੂੰ ਭਾਈ। ਇਹ ਕਥਾ ਉਹ ਨਹੀਂ ਕਥਾ ਹੈ। ਇਹ ਤਾਂ ਬਹਿਣਾ ਪੈਣਾ ਹੈ ਧਿਆਨ ਉਹਦੇ ਵਿੱਚ ਹੀ ਆ। ਤੁਹਾਨੂੰ ਪਤਾ ਹੀ ਹੈ ਦੁੱਧ ਕੱਢਦੀਆਂ ਕਿਵੇਂ ਦੁੱਧ ਨਿਕਲਦਾ। ਬੋਲੋ ਤੇ ਭਾਂਡੇ ਦੇ ਵਿੱਚ ਤਾਂ ਕੁਛ ਪਿਆ ਨਹੀਂ ਹੈ ਬਾਲਟੀ ਦੇ ਵਿੱਚ ਤੇ ਫਿਰ ਕੀ ਪੈਦਾ ਹੋਇਆ। ਬੋਲੋ ਮੈਨੂੰ ਦੱਸੋ ਬਾਲਟੀ 'ਚ ਤਾਂ ਕੁਛ ਵੀ ਨਹੀਂ ਪਿਆ
ਤੇ ਫਿਰ ਕੀ ਕੀਤਾ ਹੈ? ਬੋਲੋ ਚੋਇਆ ਕਿੱਥੇ ਆ? ਮਾਜੀ ਨਹੀਂ ਪਛਣੀ ਅਜੇ ਤਾਂ ਇੰਨਾ ਚਿਰ ਤਾਂ ਹੋ ਗਿਆ ਰਾਜੇ, ਤੇ ਭਾਂਡੇ ਦੇ ਵਿੱਚ ਤੇ ਅਜੇ ਪਿਆ ਹੀ ਨਹੀਂ, ਹਿਰਦੇ ਦੇ ਵਿੱਚ ਕੁਛ ਵੀ। ਤੇ ਫਿਰ ਕੀ ਕੀਤਾ? ਕਥਾ ਕੀ ਕੀਤੀ, ਤੇ ਕੀਰਤਨ ਕੀ ਕੀਤਾ ਹੈ, ਤੇ ਬਾਣੀ ਕੀ ਪੜ੍ਹੀ, ਤੇ ਸਿਮਰਨ ਕੀ ਕੀਤਾ, ਤੇ ਸੇਵਾ ਕੀ ਕੀਤੀ ਹੈ, ਤੇ ਭਾਂਡਾ ਦਾ ਬਾਲਟੀ ਖਾਲੀ ਆ। ਬੋਲੋ ਭਾਂਡਾ ਕਥਾ ਦਾ ਉਹਨੂੰ ਆਖਿਆ ਹੈ ਕਿ ਜਿਸ ਵੇਲੇ ਕਥਾ ਦੇ ਨਾਲ ਆਪਣਾ ਅੰਦਰ ਵੀ ਭਰਦਾ ਹੋਵੇ ਤੇ ਉਸ ਬਾਲਟੀ ਦੇ ਵਿੱਚੋਂ ਦੂਜਿਆਂ ਨੂੰ ਵੀ ਮਿਲ ਜਾਵੇ। ਬੋਲੋ ਠੀਕ ਹੈ ਨਾ ਜੀ। ਤਾਂ ਹੁਣ ਗੱਲ ਤਾਂ ਇਹ ਹੁੰਦੀ ਹੈ ਕਿ ਦੁੱਧ ਕਿੰਨਾ ਕੁ ਹੈ, ਸਾਡੇ ਕੋਲੇ ਦੁੱਧ ਕਿੰਨਾ ਕੁ ਹੁੰਦਾ ਹੈ। ਅੱਜ ਤਾਂ 5 ਵਾਰ ਬਾਣੀਆਂ ਪੜ੍ਹੀਆਂ ਹੈ ਤੇ ਮਸਾ ਅੱਧਾ ਗਲਾਸ ਵੀ ਨਹੀਂ ਹੋਣਾ, ਤੇ ਉਹ ਆਪੇ ਘੁੱਟ ਪੀ ਲੈਣਾ, ਤੇ ਦੂਜਿਆਂ ਨੂੰ ਕੀ ਦੇਣਾ ਹੈ? ਬੋਲੋ ਦੂਜਿਆਂ ਨੂੰ ਕੀ ਦੇਣਾ ਹੈ? ਇਸ ਕਰਕੇ ਪਾਤਸ਼ਾਹ ਦਾ ਜਿਹੜਾ ਹੁਕਮ ਹੈ ਰਾਜੇ ਕਿ ਇੰਨਾ ਕੁ ਖੇਡ ਹੋਣਾ ਚਾਹੀਦਾ, ਜਿਹੜਾ ਤੁਸੀਂ ਸੁਖਮਣੀ ਚ ਪੜ੍ਹਦੇ ਹੋ ਕਿ ਸਿਮਰ ਆਓ ਸਿਮਰ ਸਿਮਰ ਸੁਖ ਪਾਓ। ਰਾਓ ਸਮਝਦੇ ਸਾਡੇ ਵਾਲੇ ਇਲਾਕੇ ਚ ਤਾਂ ਹੈਗੇ ਨੇ ਚੋ ਜਿਹੜੇ ਹੁੰਦੇ ਨੇ, ਜਾਂ ਜਿਹੜੇ ਜੰਮੂ ਨੂੰ ਜਾਈਦਾ ਉੱਧਰ ਬੜੇ ਆ, ਇੱਧਰ ਦੇਹਰਾਦੂਨ ਦੀ ਧਰਤੀ ਨੂੰ ਜਾਓ ਤਾਂ ਪਹਾੜੀ ਇਲਾਕੇ ਚ ਮਿਲਦੇ ਨੇ, ਉਹਨਾਂ ਨੂੰ ਚੋ ਕਹਿ ਦਿੰਦੇ ਨੇ, ਰੌਵਾਂ ਬਾਕੀਆਂ ਨੇ, ਹੈ ਨਾ ਜੀ। ਇੱਕ ਪਾਣੀ ਦਾ ਹੋਇਆ ਰਾਜੇ ਗਲਾਸ ਚ, ਸਿਮਰ ਆਓ ਸਿਮਰ ਸਿਮਰ ਵੀ ਉਹ ਗਲਾਸ ਵਾਲਾ ਜਿਹੜਾ ਪਾਣੀ ਅੱਜ ਵੀ ਤੁਸੀਂ ਦੇਖਿਆ ਹੋਣਾ, ਜਿਹਨੂੰ ਮਿਲਿਆ ਉਹ ਨਹੀਂ ਪੀ ਲਿਆ ਭਾਈ, ਹੈ ਨਾ ਜੀ। ਦੂਸਰਾ ਹੁੰਦਾ ਉਹੀ ਪਾਣੀ ਦਾ ਆਕਾਰ ਵਧਿਆ ਤਾਂ ਪਾਣੀ ਬਾਲਟੀ ਦੇ ਵਿੱਚ ਹੈ, ਕਾਹਦੇ ਚ ਹੈ? ਬਾਲਟੀ ਚ ਹੈ। ਤੇ ਤੁਸੀਂ ਵੀ ਪੀਤਾ ਤੇ ਕੋਈ 20 ਬੰਦਿਆਂ ਨੇ ਹੋਰ ਵੀ ਪੀਤਾ। ਸਿਮਰਨ ਕਿੰਨਾ ਹੋਣਾ ਚਾਹੀਦਾ ਹੈ। ਤੀਸਰੀ ਗੱਲ ਪਾਤਸ਼ਾਹ ਨੇ ਆਖੀ ਹੈ ਕਿ ਸਿਮਰੋ। ਕਹਿੰਦੇ ਇੰਨੀ ਕੁ ਸਿੱਖ ਦੀ ਅਧਿਆਤਮਕ ਅਵਸਥਾ ਦਾ ਖੇਡ ਰਸ ਦਾ ਇੰਨਾ ਉੱਚਾ ਹੋਵੇ ਕਿ ਉਹਦੇ ਅੰਦਰੋਂ ਸਿਮਰਨ ਦੀ ਰੋ ਚੋ ਨਹਿਰ ਹੀ ਬਗਣੀ ਸ਼ੁਰੂ ਹੋ ਜਾਏ। ਬੋਲੋ ਕੀ ਹੈ? ਉਹਦੇ ਅੰਦਰੋਂ ਇੱਕ ਰੋ ਨਹਿਰ ਆਪ ਨਹੀਂ, ਜਿਸ ਵੇਲੇ ਨਹਿਰ ਦਾ ਨਦੀ ਦਾ ਸਰੂਪ ਬਣ ਜਾਂਦਾ ਹੈ ਨਾ, ਤੇ ਉਹਨੂੰ ਲਿਖਿਆ ਵਿਧਾਨਤ ਅੰਕ ਦੇ ਵਿੱਚ ਸਤਾ ਨਾ ਅਜੇ ਆਪਣੇ ਜਨ ਕੋ। ਜਦੋਂ ਨਦੀ ਵਾਲਾ ਖੇਡ ਬਣ ਗਿਆ, ਕਦੀ ਵੀ ਕੋਈ ਨਦੀ ਆਪਣਾ ਪਾਣੀ ਆਪ ਨਹੀਂ ਪੀਂਦੀ। ਬੋਲੋ ਆਪਣੀ ਵਾਸਨਾ ਖਤਮ ਹੋ ਗਈਆਂ। ਇੱਥੇ ਕੀ ਹੈ? ਅਸੀਂ ਆਪਣੀ ਵਾਰਤਾ ਤੱਕ ਹੀ ਵਰਤੇ ਰਹਿੰਦੇ, ਮੇਰਾ ਸਥਾਨ ਬਣ ਜੇ, ਮੇਰੇ ਆ ਹੋ ਜੇ, ਮੇਰੇ ਆ ਹੋ ਜਾਵੇ। ਅਸਲ ਚ ਮਹਾਂਪੁਰਖ ਉੱਥੇ ਪਹੁੰਚਦਾ ਹੈ ਜਿੱਥੇ ਉਹਦੇ ਆਪਣੀ ਕੋਈ ਵਾਸਨਾ ਹੀ ਨਹੀਂ ਰਹੀ ਹੈ। ਸਭ ਸ਼ੱਕੋ ਬਖਸ਼। ਨਦੀ ਦੇ ਉੱਤੇ ਕਿਹਦਾ ਦਾਵਾ ਹੈ? ਬੋਲੋ ਕਈ ਨਦੀ ਵਗਦੀ ਪਈ ਆ ਤੇ ਉਹਦੇ ਤੇ ਦਾਵਾ ਬੋਲੋ ਕੋਈ ਇਹ ਵੀ ਨਹੀਂ, ਨਾ ਕਿਸੇ ਮੁਸਲਮਾਨ ਵੀਰ ਦਾ ਦਾਵਾ ਨਦੀ ਤੇ, ਨਾ ਹੀ ਕਿਸੇ ਹਿੰਦੂ ਵੀਰ ਦਾ ਦਾਵਾ ਨਦੀ ਤੇ ਨਾ ਹੀ ਕਿਸੇ ਸਿੱਖ ਵੀਰ ਦਾ ਦਾਵਾ ਹੈ ਨਦੀ ਦੇ ਉੱਤੇ। ਉਹ ਕਹਿੰਦੀ ਮੈਂ ਖੁੱਲੀ ਚੱਲ ਰਹੀ ਹਾਂ, ਸਾਰੇ ਪੀਓ। ਬੋਲੋ ਇੱਥੇ ਆ ਕੇ ਸੁਖਮਣੀ ਸਾਹਿਬ ਦਾ ਤਾਂ ਸ਼ਬਦ ਆਉਂਦਾ ਹੈ, ਸੰਤ ਜਨਾਂ ਕਾ ਪੇਖਮ ਸਭ ਬ੍ਰਹਮ, ਸੰਤ ਜਨਾਂ ਕੇ ਹਿਰਦੇ ਸਭ ਧਰਮ। ਉਹਨਾਂ ਦੇ ਹਿਰਦੇ ਦੇ ਨਦੀ ਦੇ ਵਿੱਚੋਂ ਸਾਰੇ ਧਰਮ ਛਕ ਸਕਦੇ ਨੇ। ਬੋਲੋ ਫਕੀਰ ਦੀ ਇਹ ਖੇਡ ਹੁੰਦੀ ਹੈ ਰਾਜੇ। ਅਸੀਂ ਐਸੇ ਪਰ ਇਹੋ ਹੀ ਗੱਲ ਤਾਂ ਆਪਾਂ ਦੇਖਦੇ ਹਾਂ ਕਿ ਐਡੀਆਂ ਕਮਾਈਆਂ ਵਾਲੇ ਮਹਾਂਪੁਰਖ ਜਿਨ੍ਹਾਂ ਨੂੰ ਇਹਨਾਂ ਦੀ ਸੰਗਤ ਮਿਲੀ ਹੈ, ਉਹਨਾਂ ਨੂੰ ਦੁਨੀਆ ਸਮਝੇ ਨਹੀਂ ਸਕੀ। ਕੋਈ ਬਹਿਣ ਹੀ ਐਡਾ ਉੱਚਾ ਸੀ ਬਈ। ਅਸੀਂ ਕੀ ਹੈ ਸ਼ਰੀਅਤ ਲੋਕ ਹੁੰਦੇ ਆ ਤਾਂ ਫੜ ਕੇ ਐਡੇ ਫਕੀਰ ਨੂੰ ਵੀ ਇੱਕ ਸ਼ਰਅ ਦਾ ਕੈਦੀ ਬਣਾਉਣਾ ਚਾਹੁੰਦੇ, ਜਿੱਥੇ ਬਹਿਣੇ ਨਾ ਉੱਚਾ ਹੋ ਜਾਵੇ। ਤੋ ਮੈਂ ਬੇਨਤੀ ਕਰਦੇ ਆ ਰਾਜੇ, ਗੁਰੂ ਨਾਨਕ ਦਾ ਘਰ ਹੈ, ਪੜ੍ਹਿਆ ਜ਼ਰੂਰ ਆ ਕਿ ਗੁਰੂ ਨਾਨਕ ਦਾ ਉਪਦੇਸ਼ 4 ਵਰਨਾਂ ਨੂੰ ਖੱਤਰੀ ਬ੍ਰਾਹਮਣ ਸੂਦ ਵੈਸ਼ ਤੇ ਇੱਥੇ ਤੱਕ ਵੀ ਲਿਖਿਆ ਕਿ ਕੁਦਰੇ ਸਿਮਰ, ਕਹਿੰਦੇ ਚੰਡਾਲਾਂ ਲਈ ਵੀ ਖੁੱਲਾ ਹੈ। ਬੋਲੋ ਨਹੀਂ, ਇਹ ਖੇਡ ਇਤਨਾ ਉੱਚਾ ਹੈ ਗੁਰੂ ਨਾਨਕ ਦੇ ਘਰ ਦਾ। ਤੇ ਅਸੀਂ ਜੇ ਕੋਈ ਇਹੋ ਜਿਹੇ ਖੇਡ ਨੂੰ ਖੋਲਦਾ ਹੈ, ਮਹਾਂਪੁਰਖ ਚੜ੍ਹ ਕੇ ਇੰਨੀ ਕਮਾਈ ਕਰਕੇ, ਤੇ ਸਾਨੂੰ ਦੁਨੀਆ ਦੇ ਸ਼ਰੀਅਤ ਲੋਕਾਂ ਨੂੰ ਚੰਗਾ ਹੀ ਨਹੀਂ ਲੱਗਦਾ। ਬੋਲੋ ਇਹ ਤਾਂ ਯਾਰ ਉਹਨਾਂ ਨਾਲ ਰਲਿਆ ਕਰਦਾ ਹੈ। ਬੋਲੋ ਇੱਥੇ ਇਹ ਮੰਜ਼ਲ ਇੰਨੀ ਸਾਡੀ ਹੈ। ਤਾਂ ਮਹਾਂਪੁਰਖ ਪੜ੍ਹਿਆ ਕਰਦੇ ਸਨ ਕਿ ਦੱਦਾ ਕਹਿੰਦਾ ਦੂਰ ਹੈਗੀ ਮੰਜ਼ਿਲ ਫਕੀਰ ਵਾਲੀ, ਲੋਕਾਂ ਨੂੰ ਨਹੀਂ ਪਤਾ ਕਿੱਥੇ ਫਕਰ ਵਰਾਇਆ ਹੈ।
तस्वी ना माला रंग भगमा ना काला कम की है करने सिजदे नवाजदे लोग अनजान मुल पाम दे पखंडियां दा विरले ने सरोते जेड़े फकरां दे राग दे सुन ही समाधि लगी नाल परमात्मा दे एक ही जानने हो सुते ने जाग दे बोलो है इस करके राजे महापुरख दी जेड़ी मंजिल आ ਉਹ ਇਹੋ ਜੀ ਲਿਖੀ ਹੋਈ ਆ ਕਿ ਇਹ ਸਿੱਖਾ ਤੂੰ ਐਵੇਂ ਆਪਣੀ ਘੁੱਟ ਤੱਕ ਸੀਮਿਤ ਨਾ ਰਹਿ ਬਾਕੀਆਂ ਦੇ ਵੀ ਢਿੱਡ ਭਰਨੇ ਸਿੱਖ ਗਲਾਸ ਤੱਕ ਹੀ ਨਾ ਮੈਂ ਜੀ ਕਰ ਲਿਆ ਸਵੇਰੇ ਨਿਤਨੇਮ ਮੈਨੂੰ ਆਨੰਦ ਆ ਗਿਆ ਪਰ ਠੀਕ ਹੈ ਭਾਈ ਆਪਣਾ ਕਮਾਇਆ ਆਪਣਾ ਖਾ ਲਿਆ ਤੇਰੇ ਕੋਲ ਜੇ ਟੱਬਰ ਪਾਲਣ ਜੋਗਾ ਵੀ ਕੁਛ ਨਹੀਂ ਹੈ ਬੋਲੋ ਬਾਲਟੀ ਦਾ ਟੱਬਰ ਚ ਲੱਗ ਜਾਣੀ ਹੈ ਭਾਈ ਤੇ ਤੇਰੇ ਕੋਲੇ ਤਾਂ ਗਲਾਸ ਹੈ ਤੇ ਪਾਤਸ਼ਾਹ ਦੇ ਕਹਿੰਦੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਸਾਰਿਆਂ ਦੇ ਢਿੱਡ ਭਰੋ ਭਾਈ ਇਕੱਲਿਆਂ ਦਾ ਕੱਲ ਹੀ ਤੇ ਇਸ ਕਰਕੇ ਜਿਹਨੂੰ ਅਵਸਥਾ ਮਿਲ ਜਾਂਦੀ ਹੈ ਤੇ ਉਹਦੇ ਵਾਸਤੇ ਤੇ ਸ਼ਬਦ ਪੜ੍ਹ ਦੇਵੋ ਕਿ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਬੋਲ ਉਹ ਤਾਂ ਹੁਣ ਨਦੀ ਵਗਦੀ ਆ ਭਾਈ ਸਾਰਾ ਜਗਤ ਹੀ ਸਿੱਖੋ ਗੁਰੂ ਨਾਨਕ ਦਾ ਘਰ ਇੰਨਾ ਉੱਚਾ ਤੇ ਇੰਨਾ ਗਹਿਰਾ ਹੈ इन्ना इस करके अदेश अगोचर पार ब्रह्म मेरे साधु अकाथ कथाया इत्थे जाके इन्हों है कि जिस दिन इहो जी रो अंदरों चल पई है ते संसार रजदा पिया है ते इहदा मतलब है कि इन्हों निरंकार कुछ कथना आ गया है बोलो बाकियां दे मन आनंद नाल भरने शुरू होए ने शर्ता ना अचे अपने जल को ना कदाप पखे वृक्ष सुबह फल को भई ना जेड़ा कदाप पखे वृक्ष सुबह फल को तुसी दरख्त देखने ने अंबां दे अमरूदां दे बूटे कदी देखिया कि अपने फल पई खा जांदा है बोलो की है संसार दे भले वास्ते मैं तो पहले महापुरखा ने एक वचन कीता भई तरफ भई संसार दे भले दे बाते ना कदा पके वृक्ष सुबह फल को सस को अपर ना कभी पक है ते कहंदे बदल आउंदे ने ते बरस जांदे ने ते किसे दे कोल मोटरां वाले वांगू लांघन लगाना दा मामला नहीं मंगदे बोलो भई बरस गए भगदतियां पैलियां महापुरख दा बरसना बदला वाला हुंदा है भाई क्यों धन पर हेत वड्डे रख है इसी तरह अध्यात्मक पुरुषां ने अध्यात्मक धन जिहड़ा है वो संसार दे भले लिए रखिया हुंदा है अपने लिए नहीं है ठीक है तो इस करके अधिष्ट अगोचर पार ब्रह्म मेरे साधु कथ कथाया कहीं होना भई हुण ये जिहड़ा अनहद धुन दसम द्वार बजो ते अमृत नाम चुआया धुन उथे चल रही है ते ये नहीं है कि कोई कथा या कीर्तन दी उस अवस्था वाले दी हुंदी है कि वो दुनिया दे वास्ते अमृत दा फुहारा च बन के बरसदा है ते अमृत नाम चुआया था भाई तो उथे टोट नहीं मन तृष्णा बुझी सारी तृष्णा बुझ गई जब अवस्था घर की गल करते पे कि तो इस घर च कोई टोटा नहीं रह गया टोट नहीं मन तृष्णा बुझी भाई सब घड़ घड़ियो रस पाया भाई हुण केड़ा रस पाया मन नूं आख्या कि ये अकड़ है मन की है अकड़ है पर एक एडी वक्ता वाले ने की कीता इस अकड़ मन दे विच ओ रस पा के ते इनू घड़ दिता है बोलो अकड़ कड़ियो लिखिया सहजे आमा सहजे जामा ओदा आवाज जेड़ा श्वास है वो सहज विच आउंदा है ते सहज विच जांदा है भई सहजे आमा सहजे जामा सहजे मन खलाया था ते ऐसी कमाई वाला सतपुरुष सहज दी खेल खेडदा रहिंदा पर साडी समझ नहीं पैंदी सहजे आवा सहजे जामा सहजे मन खिलाया था कहू नानक परम गुर खोया
ਤਾਂ ਹਰ ਮਹਿਲੀ ਮਹਿਲ ਪਾਇਆ। ਮਹਿਲ ਦੀ ਗੱਲ ਸੀ, ਘਰ ਦੀ ਗੱਲ ਸੀ ਕਿ ਮੈਂ ਹਰ ਮਹਿਲੀ ਮਹਿਲ ਨਹੀਂ, ਉਸ ਹਰੀ ਦੇ ਮਹਿਲ ਦੇ ਵਿੱਚੋਂ ਹੀ ਮੈਂ ਇਹ ਅਧਿਆਤਮਕ ਕੋਠਾ ਜਿਹੜਾ ਹੈ ਇੱਕ ਕਿਤੇ ਗੁਰੂ ਨੇ ਮੈਨੂੰ ਵੀ ਪਾ ਕੇ ਦੇ ਦਿੱਤਾ। ਬੋਲੋ ਨਹੀਂ, ਤੇ ਇਸ ਕੋਠੇ 'ਚ ਮੈਂ ਆਨੰਦ ਦੇ ਵਿੱਚ ਅੱਜ ਜ਼ਿੰਦਗੀ ਕੱਟ ਰਿਹਾ ਹੈ। ਤੋ ਘਰ ਦੀ ਗੱਲ ਸੀ ਕਿ ਅੱਜ ਘਰ ਦਾ ਜਿਹੜਾ ਸੀ ਤਾਂ ਇਹ ਘਰ ਭਾਗਾਂ ਵਾਲਾ ਹੈ, ਜਿਸ ਘਰ ਦੇ ਵਿੱਚ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਔਰ ਇਹਨਾਂ ਦੇ ਮਨਾਂ ਦੇ ਵਿੱਚ ਉਸ ਅਧਿਆਤਮਕ ਮਹਾਂਪੁਰਖ ਦਾ ਡੇਰਾ ਲੱਗਿਆ ਹੋਇਆ ਸੀ। ਕਈ ਸੰਤ ਮਹਾਰਾਜ ਦੀ ਗੱਲ ਕਰਦਾ ਹੈ ਜਿਨ੍ਹਾਂ ਤੋਂ ਇਹ ਸਾਰਾ ਕੁਛ ਤੇ ਬਖਸ਼ੀਸ਼ਾਂ ਲੈ ਕੇ ਤੇ ਅੱਜ ਇਹ ਜਿਹੜਾ ਹੈ ਸਾਰਾ ਅਕਲਾਨੀ ਦੀ ਵੀ ਹੈ ਇਹਨਾਂ ਨੇ ਕਾਟ ਕੱਟੀ ਸੀ। ਇਹ ਗੁਰੂ ਦੀ ਕਿਰਪਾ ਹੈ ਔਰ ਬਹੁਤ ਲੰਬੇ ਸਮੇਂ ਤੋਂ ਇਹ ਸੰਗਤ ਕਰਦੇ ਨੇ। ਜਿਸ ਸੰਗਤ ਨੂੰ ਬਾਣੀ ਦੇ ਵਿੱਚ ਲਿਖਿਆ ਕਬੀਰ ਸੰਗਤ ਕਰੀਏ ਸਾਧ ਕੀ ਜੋ ਅੰਤ ਕਰੇ ਨਰਵਾਓ, ਜਿਹਨੇ ਤੈਨੂੰ ਅਖੀਰਲੇ ਵੇਲੇ तेरा साथ देना है। वो संगत इस परिवार को मिली है कि हम संतन की रेन प्यारे, हम संतन की सरना, संत हमारी ओर सतानी, संत हमारा गहना, हम संतन से बने आई पूर्व लिखिया पाई। कोई पिछला कर्म होगा कि क्रम मिलवे को प्रीत मन लागी, पाए लगो को करो बनती को संत मिले, बड़भागी मन अर्थो तन राखो आगे मन की मत मैं सगल त्यागी। तो मैं भाई बलवान सो तो बीबा साहब कई बार कहना कहते जी असीं तां उदां ही शरीर खिडौणिਆਂ वांगू तुरे फिरदे आ जिंदगी दे विच सारा कुछ तां कहंदे साडे कोलों महापुरख आपे ही कराई जांदे ने। बोलो इन्हां दा प्यार है, जानी इन्हां दी सोचनी आ पवित्र भई जे वो मन दे विच ऐसी सोचनी भरी आ तां गुरु पातशाह किरपा करदे महापुरख अपने सेवकां दे आपी काज सवारदे ने। गुरु पातशाह किरपा करन और मेहर कीती है। उधर घर दे विच दिखाण दी भी घड़ी आई है, पर आप दा एक महापुरखां दी किरपा है कि जिहड़ा इहो जे दुख दे विच भी जो नर दुख में दुख नहीं जाने, सुख शनेर भै नहीं जाके, कंचन माटी माने न निंदिया ने उस्तत जाके, लोग मोह अभिमाना हरक सोगते रहे, न्यारो नाहे मान अपमाना, आशा मनसा सगल ते आगे जगते रहे, नरासा काम क्रोध जे परशे नायन ते कट ब्रह्म निवासा। गुर कृपा जे नरको कीनी तै जुगत पछानी, नानक लीन भैरो गोविंद स्यों जो पानी संग पानी। ये सिख की अवस्था ही लिखी है इस शब्द दे विच कि सिख कहंदे सुखां ते दुखां तो उच्चा होना चाहिए है। सिख खुशियां ते गमियां तो बाहर होना चाहिए है, ते सिख मान ते अपमान तो उच्चा होना चाहिए है। दोनों अवस्था ते जो नर मुक्ता सोई सहेला भांदी है। तो गुरु पातशाह ने बहुत इन्हां दे उत्ते मेहर कीती है, किरपा कीती है। इस तरह परिवार ते बनाई रखन। जितनी सिख संगत आई है मैं सारियां दे चरनां च बेनती करदा है भाई कि अमृत वेले जद उठदे हुंदे आ ते नाम बाणी तो बिना कदी प्रसादा नहीं छकीदा हुंदा। नहीं नाम बाणी तो बिना मैं जे बाणी का एक शब्द रोड़ देना है, पर थोड़ा जिहा हुण इन्नी सहज सहज कथा करके तो थोड़ा जिहा तुहानूं कड़त्तन ना लगे भाई। अखीर दे उत्ते तां पातशाह ने लिखिया है कि नाम बिना जो पैरे खाए, सवेरे नहीं पई जपिया उठ के तो इशनान किया है तो जपिया नहीं है तो कपड़े भी सोहने पाले ने, पैरे ते खाए तो खाना भी थाली दे विच बड़ा परोस के खा लिया है। पर अगली पंक्ति जो शब्द देखो कितना कैड़ा आख्या कि नाम बिना जो पैरे खाए, जो कूकर जूठन में पाए। तो पातशाह कहते ऐ समझ लो जिदा कुत्ते ने जूठे मुँह भांडे च मुँह पाया होंदा है। ऐसा शब्द है बाणी दा भाई। नाम बिना जो पैरे खाए, जो कुकर जूठन में पाए, है ना जी। तो इस करके देखो दुर्लभ दे पाई बड़ भागी, नाम ना जपे ते आत्म घाती। कहते भागा ना मिली जे नाम नहीं जपिया तो तू समझ लै कि अपनी आत्मा का आपे दुखी बनया होया है।
तो इस करके बेनती करांगे सारिਆਂ ਨੂੰ राजे कि सवेरे उठ के पहले नितनेम करिया करो, है ना जी, ते फिर तुसी बाकी जिहड़े कारज करिया करो। क्योंकि महापुरखा ने कहना कि कई दफा कि कहना जिहड़ा सिख नितनेम सुखमनी नहीं करता कहते वो तो एवं कौडी का भी नहीं है बनता। इस करके बाणी जिहड़ी आ जरूर पढ़िया करो, सिमरन जरूर करिया करो। पगारा देना बहुत सारे देखो महापुरख ने अज रोड़िया तो साढ़े ऋषि जी भी आए ने, बहुत इन्हों का प्यार है। भाई संत कुसों उन्होंने हाजरी पढ़ी है, संत मोहनी जी, और साढ़े खास करके कंगनवाल तो संत केसर दास जी महाराज जिन्हों का अत्यंत प्यार महापुरखों और संत ईसर सिंह जी महाराज, सारी मंडली इकट्ठी हुई है। तो जिथे फिर संतां की मंडली होंदी है इकट्ठी, तो उत्थे हुंदा की है, फिर बाणी च तां लिखिया है कि संत मंडल में हर मन बख्शा है। फिर पछाण यही है जो उत्थे गल्लां बातां होंदियां ने तो फिर हंस थोड़ी ने फिर बगले होने ने भाई। तो संत मंडल बैठा होवे तो कहते संगतां दे कहते नाम ना फिर जगियासुआं नूं मिले, चोग ना मिले हंसां नूं, तो फिर संतां दा मंडल भी काहदा होया। तो इस करके बाणी च लिखिया कि संत मंडल में हर मन बसे, संत मंडल में दुर्त शब नशे, संत मंडल में निर्मल रीत, संत संग होए एक प्रीत, संत मंडल कहाँ का नाम, पार ब्रह्म केवल गुण गाओ। पातशाह कहते वो संत मंडल है कि जिथे केवल ते केवल उस अकाल पुरख दी होई उस्तत हो रही है, दूजी गल कोई चाली नहीं रही। इसे दा आओ वो आनंद आपां ने हुण मानना कीता है। गुरु पातशाह तुहाडे उत्ते मेरा करन, किरपा करन। मैं इन्ना कुछ बोलदे भोगदे समय दे उत्ते क्षमा मंगदे हां तुहाडे कोलों। फिर बेनती करांगे नाम जपो, सिमरन करो, संगत करो, है ना जी, जिहदे नाल साडा भला ते सानू असल दे विच इंसानियत दी पहचान आवे कि इंसान होना ही किहो जिहा चाहिदा है ना जी। तो गुरु पातशाह किरपा करन, क्षमा करियो कोई गलती हुई होवे। सारियां नूं जी आया। अज दे समय ते परिवार हमारा चढ़दियां कला दे विच रखियो, बच्चे चढ़दियां कला च रखियो, परिवार नूं चढ़दी कला दे विच रखियो, और तुहाडीआं झोलियां सारियां दीआं गुरु पातशाह नाम नाल भरन। वाहिगुरू जी का खालसा।